ਇਹ ਸਹਿਜਧਾਰੀ ਸਿੱਖ ਸਿੱਖਾਂ ਦੇ ਕੀ ਲੱਗਦੇ ਆ? ਕੀ ਇਹ ਸਿੱਖਾਂ ਦੇ ਵਿੱਚੋਂ ਨੇ ਜਾਂ ਕਿਤੋਂ ਬਾਹਰੋਂ ਆਏ ਆ? ਪਰਮਜੀਤ ਸਿੰਘ ਰਾਣੂ ਚਾਹੁੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੀ ਚੋਣ ਲੜਨ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ। ਸੈਕਸ਼ਨ 2(9) ਤੋਂ ਬਾਅਦ 2(10) ਹੈ, 2(10)A ਹੈ, ਉਹਦੇ 'ਚ ਅੰਮ੍ਰਿਤਧਾਰੀ ਸਿੰਘ ਦੀ ਪਰਿਭਾਸ਼ਾ ਦਿੱਤੀ ਹੈ ਕਿ ਜਿਹੜੇ ਸਿੱਖ ਠੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਨੇ ਉਹ ਸਿੰਘ ਬਣ ਜਾਂਦੇ ਨੇ, ਉਹ ਖਾਲਸਾ ਹੋ ਜਾਂਦੇ ਨੇ, ਅੰਮ੍ਰਿਤਧਾਰੀ ਸਿੰਘ ਹੁੰਦੇ ਨੇ। ਬਾਕੀ ਦੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦਿੱਤਾ ਗਿਆ ਜਿਹਦੇ 'ਚੋਂ ਪਤਿਤ ਨਾ ਹੋਣ। ਸਹਿਜਧਾਰੀ ਸਿੱਖ ਸੀ ਜਿਹੜੇ ਉਹ ਵੋਟ ਪਾਉਂਦੇ ਆ ਰਹੇ ਸੀ 1949 ਤੋਂ ਉਹਨਾਂ ਕੋਲ ਵੋਟ ਦਾ ਅਧਿਕਾਰ ਮਿਲਿਆ ਹੋਇਆ ਸੀ ਉਹਨਾਂ ਨੂੰ। ਉਹ ਆ ਕੇ 2001 ਦੇ ਵਿੱਚ ਅਚਾਨਕ ਉਹਨੂੰ ਖਤਮ ਕਰ ਦੇਣਾ। ਧਰਮ ਜਿਹੜਾ ਹੈਗਾ ਉਹ ਬਾਬੇ ਨਾਨਕ ਜੀ ਦਾ ਸੀ, ਪੰਥ ਗੁਰੂ ਗੋਬਿੰਦ ਸਿੰਘ ਜੀ ਦੇ ਸਾਜਿਆ ਸੀਗਾ। ਪੰਥ ਦੀ ਪਰਿਭਾਸ਼ਾ ਹੈ ਉਸੇ ਨੂੰ ਇਕੱਲੀ ਨੂੰ ਸਿੱਖ ਮੰਨਣਾ ਸ਼ੁਰੂ ਕਰਤਾ ਕਿ ਜਿਹੜੇ ਨਾਨਕ ਨਾਮ ਲੈਵਾ ਸਿੱਖ ਸੰਗਤ ਆ ਤਾਂ ਸਿੱਖ ਹੀ ਨਹੀਂ ਹੈਗੀ। ਇੱਥੇ ਉਹਨਾਂ ਨੇ ਕਹਿਤਾ ਕਿ ਸਿੱਖ ਸਿਰਫ ਉਹ ਹੈ ਜਿਹੜਾ ਪੰਜ ਕਕਾਰੀ ਹੈ। 5 ਦਸੰਬਰ ਨੂੰ ਮੈਨੂੰ ਉਮੀਦ ਹੈ ਕਿ ਅਦਾਲਤ ਇਸ ਗੱਲ ਦਾ ਫੈਸਲਾ ਕਰ ਦੇਗੀ। ਅੱਜ ਕੱਲ੍ਹ ਤੁਹਾਨੂੰ ਬੀਜੇਪੀ ਦੇ ਨਾਲ ਜੋੜ ਕੇ ਦੇਖਦੇ ਆ, ਕੋਈ ਕਹਿੰਦਾ ਜੀ ਰਾਣੂ ਸਾਹਿਬ RSS ਦੇ ਬੰਦੇ ਆ, ਕੋਈ ਕਹਿੰਦਾ ਜੀ ਕੈਪਟਨ ਸਾਹਿਬ ਦੇ ਬੰਦੇ ਆ। ਰਾਜਨੀਤਿਕ ਮਕਸਦ ਤਬਦੀਲ ਕਰਦੇ ਰਹਿੰਦੇ, ਬਦਲਦੇ ਰਹਿੰਦੇ ਨੇ। ਇਹਦੇ ਪਿੱਛੇ ਸੱਚਾਈ ਕੀ ਹੈ? ਇਸ ਮੁੱਦੇ ਤੇ ਮੈਂ ਉਹਨਾਂ ਨਾਲ ਲੜਾਈ ਲੜੀ ਹੈ ਬੀਜੇਪੀ ਨਾਲ, ਔਰ ਲੜਾਈ ਲੜ ਕੇ ਮੇਰੇ ਨਾਲ ਜਿੰਨੇ 17 ਦੇ 17 ਜ਼ਿਲ੍ਹਾ ਪ੍ਰਧਾਨ ਸੀ ਉਹਦੇ ਅਸਤੀਫੇ ਦਿੱਤੇ ਆ। ਜੇ ਇਹੀ ਅਸੀਂ ਮੰਨ ਕੇ ਚੱਲੀਏ ਕਿ ਸਿੱਖ ਸਿਰਫ ਕੇਸਾਧਾਰੀ ਹੀ ਸਿੱਖ ਹੈ ਜਾਂ ਅੰਮ੍ਰਿਤਧਾਰੀ ਹੀ ਸਿੱਖ ਹੈ ਤਾਂ ਸਿੱਖ ਰਹਿ ਕਿੰਨੇ ਕੁ ਜਾਣਗੇ? 80% ਆਫ ਦੀ ਸਿੱਖ ਪੋਪੂਲੇਸ਼ਨ ਜਿਹੜੀ ਆ ਅੱਜ ਗੈਰ ਅੰਮ੍ਰਿਤਧਾਰੀ ਦੀ ਹੈ, 20% ਅੰਮ੍ਰਿਤਧਾਰੀ ਸਿੰਘ ਨੇ। ਇੱਕ ਗੁਰਦੁਆਰਾ ਸਾਹਿਬ ਦਿਖਾਓ ਤੁਸੀਂ SGPC ਦਾ ਜਿਹਦੇ ਤੇ ਸਹਿਜਧਾਰੀ ਨੇ ਕਬਜ਼ਾ ਕੀਤਾ ਹੋਵੇ। ਪਰ ਹੈਗੇ ਉਹ ਸਿੱਖਾਂ ਦੇ ਮੁੰਡੇ ਜਾਂ ਸਿੱਖਾਂ ਦੇ ਆਪਣੇ ਆ ਵੀ ਉਹਨਾਂ ਨੂੰ ਕਮ ਸੇ ਕਮ ਜਿਹੜਾ ਉਹ ਉਹਨਾਂ ਦਾ ਫਿਰਤੀ ਜਿਹੜਾ ਇੱਕ ਧਰਮ ਹੈ ਉਹਨਾਂ ਨੂੰ ਦਿੱਤਾ ਜਾਵੇ, ਰਾਈਟ ਉਹਨਾਂ ਨੂੰ ਦਿੱਤਾ ਜਾਵੇ। ਤੁਹਾਡੀ ਲੜਾਈ ਇਹ ਆ ਸਿੰਘ ਪਰਿਵਾਰ ਨੂੰ ਕਬਜ਼ਾ ਦਿਵਾਉਣਾ ਸੀ ਬਾਦਲਾਂ ਨੂੰ, ਉਹਦੇ ਕਰਕੇ ਤੁਸੀਂ ਖੋਲਿਆ। ਸਾਡੀ ਲੜਾਈ ਇੰਨੀ ਕੀ ਆ? ਸਵਾਗਤ ਹੈ ਤੁਹਾਡਾ ਸਾਂਝਾ ਟੀਵੀ 'ਚ। ਮੈਂ ਅਮਨਦੀਪ, ਤੁਸੀਂ ਦੇਖ ਰਹੇ ਹੋ ਮੇਰਾ ਪ੍ਰੋਗਰਾਮ ਵੀਕਲੀ ਸਟ੍ਰੇਟ ਟਾਕ, ਜਿਹਦੇ ਵਿੱਚ ਮੈਂ ਖਾਸ ਸ਼ਖਸੀਅਤ ਨੂੰ ਮਿਲਾਉਂਦਾ ਹੁੰਦਾ ਆ ਔਰ ਖਾਸ ਮੁੱਦੇ 'ਤੇ ਗੱਲਬਾਤ ਕਰਦੇ ਹਾਂ। ਅੱਜ ਇੱਕ ਬੜਾ ਅਹਿਮ ਮੁੱਦਾ ਆ। ਮੁੱਦਾ ਇਹ ਆ ਕਿ ਸਹਿਜਧਾਰੀ ਸਿੱਖ ਕੌਣ ਹੁੰਦੇ ਆ? ਪਿਛਲੇ 20 ਸਾਲਾਂ ਤੋਂ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂ ਸਹਿਜਧਾਰੀ ਸਿੱਖਾਂ ਲਈ ਲੜ ਰਹੇ ਨੇ। ਇਹ ਸਹਿਜਧਾਰੀ ਸਿੱਖ ਸਿੱਖਾਂ ਦੇ ਕੀ ਲੱਗਦੇ ਆ? ਕੀ ਇਹ ਸਿੱਖਾਂ ਦੇ ਵਿੱਚੋਂ ਨੇ ਜਾਂ ਕਿਤੋਂ ਬਾਹਰੋਂ ਆਏ ਆ? ਪਰਮਜੀਤ ਸਿੰਘ ਰਾਣੂ ਚਾਹੁੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੀ ਚੋਣ ਲੜਨ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ, ਔਰ ਅਦਾਲਤੀ ਲੜਾਈ ਲੜ ਰਹੇ ਨੇ। ਕਾਫੀ ਸਾਰੇ ਦਬਾਅ ਬਣੇ ਆ। ਮੈਂ ਇਹਨਾਂ ਦੇ ਦਬਾਵਾਂ ਨੂੰ ਦੇਖਦਾ ਹੁਣ ਲੰਬੇ ਸਮੇਂ ਤੋਂ, ਲੇਕਿਨ ਡਰੇ ਨਹੀਂ, ਹਾਰੇ ਨਹੀਂ, ਲੜ ਰਹੇ ਨੇ ਔਰ ਮਾਮਲਾ ਬੜਾ ਦਿਲਚਸਪ ਆ। ਪਹਿਲਾਂ ਆਓ ਮਿਲਦੇ ਹਾਂ ਡਾਕਟਰ ਸਾਹਿਬ ਨੂੰ, ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ। ਸਵਾਗਤ ਹੈ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਤੁਸੀਂ ਲੰਬੇ ਸਮੇਂ ਤੋਂ ਸਹਿਜਧਾਰੀ ਸਿੱਖਾਂ ਲਈ ਲੜ ਰਹੇ ਹੋ, ਕਾਨੂੰਨੀ ਲੜਾਈ ਹੈ ਇਹ। ਪਹਿਲਾਂ ਤਾਂ ਸਮਝਾਓ ਜੀ ਇਹ ਸਹਿਜਧਾਰੀ ਸਿੱਖ ਹੁੰਦੇ ਕੌਣ ਆ ਤੇ ਤੁਹਾਡੀ ਲੜਾਈ ਕੀ ਹੈ? ਮਦਨਦੀਪ ਜੀ, ਸਾਡਾ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਇਹ ਕੋਈ ਦੋ ਰਾਏ ਨਹੀਂ ਕਿ ਬੜੀਆਂ ਘਾਲਣਾ ਘਾਲ ਕੇ ਸਿੱਖਾਂ ਨੇ ਇਸ ਐਕਟ ਨੂੰ ਹੋਂਦ 'ਚ ਲਿਆਂਦਾ ਔਰ ਇੱਕ ਵੱਖਰੀ ਇੱਕ ਆਪਣੀ ਪਹਿਚਾਣ ਔਰ ਇੱਕ ਵੱਖਰੀ ਆਪਣੀ ਹਸਤੀ, ਆਪਣੀ ਕਹਿ ਲਓ ਗੁਰਦੁਆਰਾ ਸਾਹਿਬ ਦੀ ਦੇਖ ਸੰਭਾਲ, ਉਹਦੇ ਵਾਸਤੇ ਇਹ ਲੜਾਈ ਲੜ ਕੇ ਇਹ ਐਕਟ ਜਿਹੜਾ ਪਾਰਿਤ ਕਰਾਇਆ ਗਿਆ ਸੀ ਗੋਰਿਆਂ ਦੀ ਸਰਕਾਰ ਤੋਂ। ਔਰ ਇਸ ਐਕਟ ਦਾ ਜਿਹੜਾ ਪ੍ਰੀਐਂਬਲ ਹੈ ਉਹਦੇ ਤੇ ਸਾਫ਼ ਲਿਖਿਆ ਕਿ ਇਹ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵਾਸਤੇ ਬਣਿਆ ਸੀਗਾ। ਦੇਖ ਸੰਭਾਲ ਲਈ SGPC ਜਿਹੜੀ ਹੈ ਉਹਨੂੰ ਹੋਂਦ 'ਚ ਲਿਆਂਦਾ ਗਿਆ। ਇੱਕ ਬੋਰਡ ਜਿਹੜਾ ਹੈਗਾ, ਬੋਰਡ ਦੇ ਰੂਪ ਦੇ ਵਿੱਚ SGPC ਇਸ ਐਕਟ ਦੇ ਤਹਿਤ ਕੰਮ ਕਰਦੀ ਹੈ। ਪਰ ਅਫਸੋਸ ਇਸ ਗੱਲ ਦਾ ਕਿ ਹੌਲੀ ਹੌਲੀ ਇਹ ਜਿਹੜੀ SGPC ਹੈ ਇਹਦੇ ਤੇ ਰਾਜਨੀਤੀਕਰਨ ਦਾ ਕਰਕੇ ਇਹਨੂੰ ਇੱਕ ਇਹੋ ਜਿਹਾ ਹਥਿਆਰ ਬਣਾਇਆ ਗਿਆ ਕਿ ਇਹਦੇ ਤੋਂ ਕਹਿ ਲਓ ਕਿ ਮਤਲਬ ਸਾਡੇ ਧਰਮ ਦੇ ਉੱਪਰ ਕਾਬੂ ਕਰਨ ਦੀ ਖਾਤਰ, ਕਬਜ਼ਾ ਕਰਨ ਦੀ ਖਾਤਰ, ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਰਾਜਨੀਤਿਕ ਲੋਕਾਂ ਨੇ ਇਹਨੂੰ ਆਪਣੇ ਮੁਫਾਦਾਂ ਨਾਲ ਲਈ ਵਰਤਣਾ ਸ਼ੁਰੂ ਕਰ ਦਿੱਤਾ। ਅਫਸੋਸ ਇਸ ਗੱਲ ਦਾ ਕਿ ਉੱਥੇ ਇਹ ਸਿੱਖ ਦੀ ਪਰਿਭਾਸ਼ਾ 'ਚ ਵੀ ਫੇਰਬਦਲ ਕਰਨ ਲੱਗ ਗਏ। ਜਿਹੜੇ ਸਿੱਖ ਨੇ ਜਾਂ ਸਹਿਜਧਾਰੀ ਸਿੱਖ ਸੀ ਜਿਹੜੇ ਉਹ ਵੋਟ ਪਾਉਂਦੇ ਆ ਰਹੇ ਸੀ 1949 ਤੋਂ ਉਹਨਾਂ ਕੋਲ ਵੋਟ ਦਾ ਅਧਿਕਾਰ ਮਿਲਿਆ ਹੋਇਆ ਸੀ ਉਹਨਾਂ ਨੂੰ। ਉਹ ਆ ਕੇ 2001 ਦੇ ਵਿੱਚ ਅਚਾਨਕ ਉਹਨੂੰ ਖਤਮ ਕਰ ਦੇਣਾ ਔਰ ਉਸ ਤੋਂ ਬਾਅਦ ਕੁਝ ਜਿਹੜੇ ਹੈਗੇ ਨੇ ਕੇਸਾਧਾਰੀ ਜਾਂ ਅੰਮ੍ਰਿਤਧਾਰੀ ਸਿੰਘਾਂ ਦੀਆਂ ਹੀ ਵੋਟਾਂ ਉਹਦੇ ਵਿੱਚ ਪੈਣੀਆਂ। ਇਹ ਇੱਕ ਨੀਤੀ ਸੀਗੀ ਉਸ ਵੇਲੇ
ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਨੂੰ ਇੱਕ ਐਸਜੀਪੀਸੀ ਦੇ ਉੱਪਰ ਕਾਬਜ਼ ਕਰਾਇਆ ਜਾਵੇ। ਤੁਸੀਂ ਦੇਖੋ ਨਾ, ਟੌੜਾ ਸਾਹਿਬ ਸਨ ਜਦੋਂ ਤੋਂ, ਉਦੋਂ ਵੀ ਐਸਜੀਪੀਸੀ ਦੇ ਵਿੱਚ ਸਹਿਜਧਾਰੀ ਸਿੱਖ ਵੋਟ ਪਾਉਂਦੇ ਸੀ, ਪਰ ਕਦੇ ਵੀ ਉਹਦੇ ਪਰਿਵਾਰਵਾਦ ਦਾ ਕਬਜ਼ਾ ਨਹੀਂ ਸੀ ਹੋਇਆ। ਸਹਿਜਧਾਰੀ ਦੇ ਵੋਟਾਂ ਦੇ ਨਾਲ ਸਗੋਂ ਤੇ ਪਾਰਦਰਸ਼ਤਾ ਰਹੀ ਹੈ ਔਰ ਕੰਟਰੋਲ ਜਿਹੜਾ ਹੈ ਉਹ ਜਿਹੜਾ ਹੈ ਮਤਲਬ ਕਹਿ ਸਕਦੇ ਹੋ ਕਿ ਨਿਊਟਰਲ ਰਿਹਾ। ਟੌੜਾ ਸਾਹਿਬ 21 ਸਾਲ ਪ੍ਰਧਾਨ ਰਹੇ ਨੇ ਐਸਜੀਪੀਸੀ ਦੇ, ਲੇਕਿਨ ਜਦੋਂ ਇੱਕ ਪਰਿਵਾਰ ਦਾ ਕਬਜ਼ਾ ਕਰਾਉਣ ਦੀ ਗੱਲ ਆਈ ਤੇ ਉੱਥੇ ਫਿਰ ਇਹਨਾਂ ਨੇ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਖਤਮ ਕਰਾ ਕੇ ਬਾਦਲ ਸਾਹਿਬ ਵੇਲੇ, ਤੇ ਉਸ ਤੋਂ ਬਾਅਦ ਇੱਕੋ ਹੀ ਪਰਿਵਾਰ ਦਾ, ਅਕਾਲੀ ਦਲ ਬਾਦਲ ਦਾ ਕਬਜ਼ਾ ਹੋ ਗਿਆ। ਅੱਜ ਤੁਹਾਡੇ ਸਾਹਮਣੇ ਐਸਜੀਪੀਸੀ ਦਾ ਕੀ ਹਾਲ ਹੈ, ਇਹਦੇ ਵਿੱਚ ਮੈਨੂੰ ਥੋੜਾ ਜਿਹਾ ਟੈਕਨੀਕਲ ਗੱਲ ਦੱਸੋ। ਤੁਸੀਂ ਕਹਿੰਦੇ ਕਿ ਸਹਿਜਧਾਰੀ ਸਿੱਖਾਂ ਦਾ ਜਿਹੜਾ ਅਧਿਕਾਰ ਸੀ ਉਹ ਖੋਇਆ ਗਿਆ, ਉਹ ਕਿਵੇਂ ਖੋਇਆ ਗਿਆ? ਕਾਨੂੰਨੀ ਖੋਇਆ ਗਿਆ? ਕੋਈ ਅਮੈਂਡਮੈਂਟ ਕੀਤੀ ਗਈ? ਕਿਵੇਂ ਕੀਤਾ ਗਿਆ ਇਹ? ਮੈਂ ਦੱਸਦਾ ਉਹੀ ਕਿ ਜਿਹੜਾ ਐਕਟ ਹੈ, ਐਕਟ ਦੇ ਵਿੱਚ ਧਾਰਾ 2 ਹੈ, ਸੈਕਸ਼ਨ 2। ਸੈਕਸ਼ਨ 2 ਦੇ ਵਿੱਚ 2(9) ਹੈ, ਜਿਹਦੇ ਵਿੱਚ ਸਿੱਖ ਦੀ ਪਰਿਭਾਸ਼ਾ ਹੈ। ਸਿੱਖ ਦੀ ਪਰਿਭਾਸ਼ਾ ਉਹਦੇ ਦਿੱਤੀ ਗਈ ਕਿ ਜਿਹੜਾ ਵਿਅਕਤੀ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਰਹਿਤ ਮਤਲਬ ਰੀਤ ਰਿਵਾਜ ਅਨੁਸਾਰ ਆਪਣੀ ਜ਼ਿੰਦਗੀ ਜੀਂਦਾ ਹੈ, 10 ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਆਪਣਾ ਧਰਮ ਨਹੀਂ ਮੰਨਦਾ, ਉਹ ਸਿੱਖ ਹੈ। ਔਰ ਉਹ ਸਵੈ ਇੱਛਾ ਦੇ ਨਾਲ ਇਸ ਦੇ ਬਾਰੇ ਅਗਰ ਕੋਈ ਐਫੀਡੇਵਿਟ ਦਿੰਦਾ ਹੈ, ਡੈਕਲੇਰੇਸ਼ਨ ਦਿੰਦਾ ਹੈ, ਤਾਂ ਉਹ ਸਿੱਖ ਮੰਨਿਆ ਜਾਂਦਾ ਹੈ। ਉਸ ਤੋਂ ਅੱਗੇ ਸੈਕਸ਼ਨ 2(9) ਤੋਂ ਬਾਅਦ 2(10) ਹੈ, 2(10)A ਹੈ, ਉਹਦੇ ਚ ਅੰਮ੍ਰਿਤਧਾਰੀ ਸਿੰਘ ਦੀ ਪਰਿਭਾਸ਼ਾ ਦਿੱਤੀ ਹੈ ਕਿ ਜਿਹੜੇ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਨੇ ਉਹ ਸਿੰਘ ਬਣ ਜਾਂਦੇ ਨੇ, ਉਹ ਖਾਲਸਾ ਹੋ ਜਾਂਦੇ ਨੇ, ਅੰਮ੍ਰਿਤਧਾਰੀ ਸਿੰਘ ਹੁੰਦੇ ਨੇ। ਔਰ ਜਿਹੜੇ ਬਾਕੀ ਦੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦਿੱਤਾ ਗਿਆ, ਜਿਹਦੇ ਚੋਂ ਪਤਿਤ ਨਾ ਹੋਣ। ਔਰ ਪਤਿਤ ਦੀ ਵੀ ਪਰਿਭਾਸ਼ਾ ਉਹਦੇ ਦਿੱਤੀ ਹੋਈ ਹੈ ਕਿ ਜਿਹੜਾ ਵਿਅਕਤੀ ਅੰਮ੍ਰਿਤਧਾਰੀ ਹੋ ਕੇ ਜਾਂ ਕੇਸਾਧਾਰੀ ਹੋ ਕੇ ਉਹਦੀ ਬੇਅਦਬੀ ਕਰਦਾ ਹੈ ਜਾਂ ਕਿਸੇ ਬੱਜਰ ਕੁਰੈਤ ਨਾਲ ਅੰਮ੍ਰਿਤ ਨੂੰ ਭੰਗ ਕਰਦਾ ਤਾਂ ਉਹ ਪਤਿਤ ਹੋ ਜਾਂਦਾ। ਹੁਣ ਇੱਥੇ ਜਿਹੜੀ ਗੱਲ ਹੈਗੀ ਆ, ਜਿਹੜੀ ਅੱਜ ਜਿਹੜੀਆਂ ਸਾਡੀਆਂ ਕਹਿ ਲਓ ਵੀ ਆਪਣੇ ਸਿੱਖ ਬੁੱਧੀਜੀਵੀ ਲਾ ਲਓ ਜਾਂ ਜਿਹੜੀਆਂ ਕੋਈ ਸੰਪਰਦਾਇਕ ਤਾਕਤਾਂ ਨੇ ਜਾਂ ਉਹਨਾਂ ਦੇ ਜਿਹੜੇ ਇੱਕ ਕਹਿ ਲਓ ਕਿ ਐਸੀਆਂ ਪਾਲਿਸੀਜ਼ ਦੇ ਤਹਿਤ, ਪਤਾ ਨਹੀਂ ਕਿਹੜੀ ਪਾਲਿਸੀ ਤਹਿਤ ਉਹ ਕੰਮ ਕਰ ਰਹੀਆਂ ਨੇ ਕਿ ਸਾਡੇ ਰਿਲੀਜਨ ਨੂੰ ਡਿਲਿਊਟ ਕਰਨਾ ਚਾਹੁੰਦੀਆਂ ਨੇ। ਹੁਣ ਸਾਫ਼ ਜੀ ਗੱਲ ਹੈ ਮਦਨਦੀਪ ਜੀ, ਧਰਮ ਜਿਹੜਾ ਹੈਗਾ ਉਹ ਬਾਬੇ ਨਾਨਕ ਜੀ ਨੇ ਉਹਦੀ ਉਤਪਤੀ ਕੀਤੀ ਹੈ ਔਰ ਸਾਡਾ ਸਿੱਖ ਧਰਮ ਜਿਹੜਾ ਹੈਗਾ ਉਹ ਨਾਨਕ ਨਾਮ ਲੇਵਾ ਸਿੱਖ ਸੰਗਤ ਦਾ ਜਿਹੜਾ ਧਰਮ ਹੈ ਬੜਾ ਬ੍ਰੌਡ ਸਾਇੰਟੀਫਿਕ ਰਿਲੀਜਨ ਹੈ। ਇਹਦੇ ਵਿੱਚੋਂ ਪੰਥ ਨਿਕਲਿਆ। ਗੁਰੂ ਗੋਬਿੰਦ ਸਿੰਘ ਜੀ ਨੇ, ਦਸਮ ਪਿਤਾ ਨੇ ਪੰਥ ਬਣਾਇਆ, ਪੰਥ ਦੇ ਰੂਲ ਨੇ। ਧਰਮ ਜਿਹੜਾ ਹੈਗਾ ਉਹ ਬਾਬੇ ਨਾਨਕ ਜੀ ਦਾ ਸੀ, ਪੰਥ ਗੁਰੂ ਗੋਬਿੰਦ ਸਿੰਘ ਜੀ ਦੇ ਸਾਜਿਆ ਸੀਗਾ। ਹੁਣ ਧਰਮ ਜਿਹੜਾ ਹੈਗਾ ਉਹ ਲਿਬਰਲ ਹੈ, ਉਹ ਨੇਚਰ ਹੈ, ਉਹ ਕੁਦਰਤ ਹੈ, ਉਹ ਸਾਇੰਟੀਫਿਕ ਹੈ, ਉਹਦੇ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ, ਕੋਈ ਚੇਂਜਸ ਨਹੀਂ ਹੋ ਸਕਦੀਆਂ ਹੈਗੀਆਂ, ਔਰ ਉਹ ਸੱਚ ਹੈ, ਉਹ ਟਰੁੱਥ ਹੈ। ਹੁਣ ਜਿਹੜਾ ਪੰਥ ਹੈ ਉਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ, ਉਹ ਇੱਕ ਸੈਕਟ ਹੈ, ਉਹ ਰੂਲਸ ਨੇ, ਉਹਦੇ ਫੰਡਾਮੈਂਟਲਸ ਨੇ ਕੁਝ ਜਿਨ੍ਹਾਂ ਨੂੰ ਫੋਲੋ ਕਰਨਾ ਪੈਂਦਾ। ਪੰਥ ਦੇ ਜਿਹੜੀ ਹੈਗੇ ਪੰਥ ਨੂੰ ਸਲੂਟ ਹੈ, ਪੰਥ ਨੂੰ ਅਸੀਂ ਸੁਪੀਰੀਅਰ ਮੰਨਦੇ ਹਾਂ। ਲੇਕਿਨ ਅਫਸੋਸ ਇਸ ਗੱਲ ਦਾ ਕਿ ਕੁਝ ਤਾਕਤਾਂ ਐਸੀਆਂ ਨੇ ਜਿਨ੍ਹਾਂ ਨੇ ਦੇਖਿਆ ਕਿ ਇਹ ਧਰਮ ਜਿਹੜਾ ਬੜਾ ਜੁਝਾਰੂ ਧਰਮ ਹੈ ਔਰ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਬਾਕੀ ਦੇ ਧਰਮਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਓਵਰ ਰੂਲ ਨਾ ਕਰ ਜਾਵੇ, ਤਾਂ ਉਹਨਾਂ ਨੇ ਇੱਕ ਭਰਾ ਮਾਰੂ ਜੰਗ ਚਾਲੂ ਕਰ ਦਿੱਤੀ ਕਿ ਜਿਹੜੇ ਪੰਥਕ ਕਹਿ ਲਓ ਆਪਾਂ ਕਹਿ ਸਕਦੇ ਵੀ ਜੋ ਪੰਥ ਦੀ ਪਰਿਭਾਸ਼ਾ ਹੈ ਉਸੇ ਨੂੰ ਇਕੱਲੀ ਨੂੰ ਸਿੱਖ ਮੰਨਣਾ ਸ਼ੁਰੂ ਕਰਤਾ ਕਿ ਜਿਹੜੇ ਨਾਨਕ ਨਾਮ ਲੇਵਾ ਸਿੱਖ ਸੰਗਤ ਆ ਤਾਂ ਸਿੱਖ ਹੀ ਨਹੀਂ ਹੈਗੀ। ਇੱਥੇ ਉਹਨਾਂ ਨੇ ਕਹਿਤਾ ਕਿ ਸਿੱਖ ਸਿਰਫ ਉਹ ਹੈ ਜਿਹੜਾ ਪੰਜ ਏਕਕਾਰੀ ਹੈ ਜਾਂ ਜਿਹੜਾ ਰਹਿਤ ਧਾਰੀ ਹੈ। ਸੋ ਇਹ ਡਿਫਰੈਂਸਿਸ ਦੇ ਨਾਲ ਇੱਥੇ ਲੜਾਈ ਸ਼ੁਰੂ ਹੋਈ ਹੈ, ਬੇਸਿਕ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ। ਔਰ ਉੱਥੋਂ ਸਹਿਜਧਾਰੀ ਸਿੱਖ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਵੋਟਿੰਗ ਰਾਈਟ ਖਤਮ ਕਰਨ ਖਾਤਰ ਇਹਨਾਂ ਨੇ ਆਪਣੇ ਜਿਹੜੀ ਹੋਮ ਮਿਨਿਸਟਰੀ ਹੈ 2001 ਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਲਿਆਂਦੀ, ਬਿੱਲ ਲਿਆਂਦਾ ਤੇ ਹੌਲੀ ਹੌਲੀ ਅਮੈਂਡਮੈਂਟ ਕਰਕੇ ਇਹਨਾਂ ਨੇ ਉਸ ਅਮੈਂਡਮੈਂਟ ਨੂੰ ਅਸੀਂ ਚੁਣੌਤੀ ਵੀ ਦਿੱਤੀ। 2003 ਦੇ ਵਿੱਚ ਇਹਨਾਂ ਦੀ ਅਮੈਂਡਮੈਂਟ ਆਈ ਸੀ ਹੋਮ ਮਿਨਿਸਟਰੀ ਦੀ, ਅਸੀਂ ਉਹਨੂੰ ਚੁਣੌਤੀ ਦਿੱਤੀ। ਇਟ ਵਾਜ਼ ਏ ਐਗਜ਼ੀਕਿਊਟਿਵ ਨੋਟੀਫਿਕੇਸ਼ਨ, ਉਹ ਨੋਟੀਫਿਕੇਸ਼ਨ ਰਾਹੀਂ ਅਮੈਂਡਮੈਂਟ ਕਰ ਨਹੀਂ ਸੀ ਸਕਦੇ ਐਕਟ ਦੇ ਵਿੱਚ, ਤੇ ਅਸੀਂ ਫਿਰ ਇਹਨੂੰ 12 ਸਾਲ ਕੇਸ ਨੂੰ ਲੜਿਆ ਤੇ ਸਾਡੀ ਜਿੱਤ ਹੋਈ। ਸੁਪਰੀਮ ਕੋਰਟ ਤੱਕ ਵੀ ਅਸੀਂ ਲੜੇ ਇਸ ਨੂੰ, ਪਰ ਲੇਕਿਨ ਹਾਈ ਕੋਰਟ 'ਚ ਉਹਨਾਂ ਨੇ ਡਾਇਰੈਕਟ ਕੀਤਾ। ਮਹੀਨਾ ਹਾਈ ਕੋਰਟ ਦੇ ਵਿੱਚ ਬਕਾਇਦਾ ਬਹਿਸ ਹੋਈ ਇਹਦੇ ਤੇ ਮਾਮਲੇ ਤੇ ਅਸੀਂ ਜਿੱਤ ਗਏ ਇੱਥੋਂ। ਫਿਰ ਲੇਕਿਨ ਇਹਨਾਂ ਦੀ ਐਸਜੀਪੀਸੀ ਦੀ ਇਲੈਕਸ਼ਨ ਹੋ ਚੁੱਕੀ ਸੀ, ਅਸੀਂ ਉਹਨੂੰ ਵੀ ਸੁਪਰੀਮ ਕੋਰਟ ਲੈ ਗਏ ਸੀ ਮੈਟਰ ਨੂੰ, ਤੇ ਐਸਜੀਪੀਸੀ ਸੁਪਰੀਮ ਕੋਰਟ ਲੈ ਕੇ ਗਈ, ਉੱਥੇ ਵੀ ਇਹਨਾਂ ਨੂੰ ਸਟੇ ਨਹੀਂ ਮਿਲੀ। ਉਲਟਾ ਇਹਨਾਂ ਦੀ ਐਸਜੀਪੀਸੀ ਡਿਫੰਕਟ ਹੋ ਗਈ ਸੀ, ਉਹ ਹੈਂਗ ਹੋ ਗਈ। ਸਿਰਫ ਕਾਰਜਕਾਰਨੀ ਕਮੇਟੀ ਨੂੰ ਕੰਮ ਕਰਨ ਦੀ ਇਜਾਜ਼ਤ ਮਿਲੀ 4-5 ਸਾਲ। ਉਸ ਤੋਂ ਬਾਅਦ ਕਿਤੇ ਸਰਕਾਰ ਬੀਜੇਪੀ ਦੀ ਦੁਬਾਰਾ ਆ ਗਈ, ਅਕਾਲੀ ਦਲ ਭਾਈਵਾਲ ਸੀਗਾ, ਤੇ ਅਕਾਲੀ ਦਲ ਨੇ ਚੋਰ ਮੋਰੀ ਰਾਹੀਂ ਪਾਰਲੀਮੈਂਟ ਦੇ ਵਿੱਚੋਂ ਇਹਦੇ 'ਚ ਅਮੈਂਡਮੈਂਟ ਕਰਾਈ ਹੈ। ਉਸ ਅਮੈਂਡਮੈਂਟ ਦੇ ਵਿੱਚ ਵੀ ਜਦੋਂ ਅਸੀਂ ਸੁਪਰੀਮ ਕੋਰਟ 'ਚ ਲੜ ਰਹੇ ਸੀ ਕੇਸ, ਤਾਂ ਅਦਾਲਤ ਨੇ ਮੰਨਿਆ
ਕਿ ਇਹ ਜਿਹੜੀ ਅਮੈਂਡਮੈਂਟ ਹੋਈ ਆ ਇਹ ਗਲਤ ਹੋਈ ਆ, ਕਿਉਂਕਿ ਕੋਈ ਵੀ ਅਮੈਂਡਮੈਂਟ ਹੁੰਦੀ ਹੈ ਨਾ ਮਦਨਦੀਪ ਜੀ, ਉਹਦੇ 'ਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਆਬਜੈਕਟ, ਇੱਕ ਹੁੰਦਾ ਰੀਜ਼ਨ। ਆਬਜੈਕਟ ਇਹਨਾਂ ਨੇ ਕਹਿਤਾ ਜੀ, ਹਾਈ ਕੋਰਟ ਨੇ ਕਿਹਾ ਹੈਗਾ ਕਿ ਪਾਰਲੀਮੈਂਟ ਹੀ ਅਮੈਂਡ ਕਰ ਸਕਦੀ ਹੈ, ਰਾਜਨਾਥ ਜੀ ਨੇ ਕਿਹਾ ਕੋਰਟ 'ਚ ਪਾਰਲੀਮੈਂਟ ਦੇ ਵਿੱਚ, ਲੇਕਿਨ ਰੀਜ਼ਨ ਕੋਈ ਨਹੀਂ ਸੀ ਇਹਨਾਂ ਕੋਲੇ ਕਿ ਸਹਿਜਧਾਰੀ ਨੂੰ ਕਿਉਂ ਕੱਢਿਆ ਜਾ ਰਿਹਾ, ਕਿਉਂ ਸਹਿਜਧਾਰੀ ਦੀ ਵੋਟ ਖਤਮ ਕੀਤੀ ਜਾ ਰਹੀ ਹੈ। ਉਹ ਰੀਜ਼ਨ ਨਾ ਹੋਣ ਕਰਕੇ ਉਹ ਐਕਟ ਦੇ ਵਿੱਚ ਫਲॉ ਸੀਗਾ, ਤੇ ਸੁਪਰੀਮ ਕੋਰਟ ਨੇ ਮੰਨਿਆ ਕਿ ਇਹ ਫਲॉ ਹੈ, ਤੇ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਲਿਮਿਟ ਆ ਕਿ ਤੁਸੀਂ ਇਹਦੀ ਜਿਹੜੀ ਸੰਵਿਧਾਨਕ ਵੈਧਤਾ ਇਸ ਐਕਟ ਦੀ ਉਹਨੂੰ ਚੁਣੌਤੀ ਦਿਓ, ਔਰ ਅਸੀਂ ਉਹਦੀ ਚੁਣੌਤੀ ਦਿੱਤੀ ਹੋਈ ਆ। ਸਾਡਾ ਕੇਸ 6 ਸਾਲਾਂ ਤੋਂ ਇੱਥੇ ਹਾਈ ਕੋਰਟ ਚੱਲ ਰਿਹਾ, ਉਹਦੀ ਹੁਣ ਅਗਲੀ ਤਰੀਕ ਜਿਹੜੀ ਆ 5/12 ਹੈ। ਇਹ 6 ਸਾਲਾਂ 'ਚ 25 ਤਰੀਕਾਂ SGPC ਨੇ ਸਮਾਂ ਮੰਗ ਕੇ ਲਈਆਂ ਨੇ, ਕਿਉਂਕਿ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਔਰ ਹੁਣ ਤਰੀਕ ਤੇ ਇਹਨਾਂ ਨੇ ਜਵਾਬ ਦਿੱਤਾ ਜਿਹਦਾ ਅਸੀਂ ਅੱਗੋਂ ਰਿਪਲਾਈ ਰੈਪਲੀਕੇਸ਼ਨ ਫਾਈਲ ਕਰਨ ਲੱਗੇ ਆ। ਇਹ ਹੁਣ ਜਿਹੜਾ 5 ਦਸੰਬਰ ਨੂੰ ਇੱਕ ਤੁਹਾਡੇ ਇਹਦੀ ਸੁਣਵਾਈ ਹੈ, ਮੈਨੂੰ ਲੱਗਦਾ ਹੈ ਕਿ ਇਹ ਨਿਰਣਾਇਕ ਮੋੜ ਤੇ ਹੋ ਰਹੀ ਸੁਣਵਾਈ। ਬਿਲਕੁਲ ਜੀ, ਇਹ 5 ਦਸੰਬਰ ਨੂੰ ਮੈਨੂੰ ਉਮੀਦ ਹੈ ਕਿ ਅਦਾਲਤ ਇਸ ਗੱਲ ਦਾ ਫੈਸਲਾ ਕਰ ਦੇਗੀ। ਦੇਖੋ ਮਦਨਦੀਪ ਜੀ, ਸਾਡਾ ਪੱਖ ਬੜਾ ਕਲੀਅਰ ਹੈ। ਜਦੋਂ ਗੁਰਦੁਆਰਾ ਐਕਟ ਦੀ ਪਰਿਭਾਸ਼ਾ ਦੇ ਅਨੁਸਾਰ ਸਿੱਖ ਉਹ ਹੈ ਜਿਹੜਾ ਵਿਅਕਤੀ 10 ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਮੰਨਦਾ ਹੈ ਅਤੇ ਉਹਦਾ ਹੋਰ ਕੋਈ ਧਰਮ ਨਹੀਂ ਹੈ, ਉਹ ਸਿੱਖ ਹੈ। ਸੋ ਅਸੀਂ ਤਾਂ ਕਹਿੰਦੇ ਵੀ ਸਾਰੇ ਸਿੱਖਾਂ ਨੂੰ ਵੋਟਿੰਗ ਰਾਈਟ ਹੋਣਾ ਚਾਹੀਦਾ। ਇਹਦੇ ਲਈ ਸਭ ਤੋਂ ਬੈਸਟ ਪਰ ਤੁਹਾਡੇ ਤੇ ਇਲਜ਼ਾਮ ਲੱਗਦੇ ਰਹੇ ਕਿ ਇਹ ਇਸ ਕਰਕੇ ਕਿਉਂਕਿ ਜਿਹੜੇ ਦੂਜੀਆਂ ਪਾਰਟੀਆਂ ਨੇ, ਕਿਉਂਕਿ ਬੇਸਿਕਲੀ ਤਾਂ ਅਕਾਲੀ ਦਲ ਇਸ ਵੇਲੇ ਜਿਹੜਾ ਹੈ ਉਹੀ ਅਕਾਲੀ ਦਲ ਬਾਦਲ ਜਿਹੜਾ ਹੈ ਉਹਦਾ ਕਬਜ਼ਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ, ਔਰ ਕਿਹਾ ਜਾ ਰਿਹਾ ਸੀ ਪਹਿਲਾਂ ਤੁਹਾਨੂੰ ਜੋੜਦੇ ਸੀ ਕੈਪਟਨ ਅਮਰਿੰਦਰ ਸਿੰਘ ਨਾਲ ਜੋੜਦੇ ਹੁੰਦੇ ਸੀ ਪਹਿਲੇ ਜ਼ਮਾਨੇ 'ਚ, ਅੱਜ ਕੱਲ੍ਹ ਤੁਹਾਨੂੰ BJP ਦੇ ਨਾਲ ਜੋੜ ਕੇ ਦੇਖਦੇ ਆ। ਕੋਈ ਕਹਿੰਦਾ ਜੀ ਰਾਣੂ ਸਾਹਿਬ RSS ਦੇ ਬੰਦੇ ਆ, ਕੋਈ ਕਹਿੰਦਾ ਜੀ ਕੈਪਟਨ ਸਾਹਿਬ ਦੇ ਬੰਦੇ ਆ, ਕੋਈ ਕਹਿੰਦਾ ਜੀ ਰਾਣੂ ਸਾਹਿਬ ਜਿਹੜੇ ਹੈਗੇ ਆ ਤੇ ਸਿੱਧੇ ਅਮਿਤ ਸ਼ਾਹ ਦੇ ਬੰਦੇ ਅੱਜ ਕੱਲ੍ਹ ਇਹ ਕਹਿਣ ਲੱਗ ਗਏ ਆ। ਇਹ ਤੁਹਾਨੂੰ ਸਮੇਂ ਦੇ ਨਾਲ ਤੁਹਾਡਾ ਧਰਮ ਤਬਦੀਲ ਕਰਕੇ ਤੁਹਾਡਾ ਰਾਜਨੀਤਿਕ ਮਕਸਦ ਤਬਦੀਲ ਕਰਦੇ ਰਹਿੰਦੇ, ਬਦਲਦੇ ਰਹਿੰਦੇ ਨੇ, ਇਹਦੇ ਪਿੱਛੇ ਸੱਚਾਈ ਕੀ ਹੈ? ਦੇਖੋ ਜੀ, ਮੈਂ ਖੁਦ BJP 'ਚ ਸੀ, ਲੇਕਿਨ ਜਦੋਂ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ 2003 ਦੇ ਵਿੱਚ, ਉਸ ਟਾਈਮ ਮੇਰੇ ਕੋਲ ਬਹੁਤ ਵੱਡਾ ਅਹੁਦਾ ਸੀ BJP। ਮੈਂ ਪੰਜਾਬ ਦਾ ਕਿਸਾਨ ਮੋਰਚੇ ਦਾ ਜਨਰਲ ਸੈਕਟਰੀ ਸੀ, ਮਹਾਮੰਤਰੀ ਜਿਹਨੂੰ ਕਹਿੰਦੇ ਆ, ਔਰ ਸੈਂਟਰ ਦੇ ਵਿੱਚ ਮੈਂ ਯੂਥ ਵਿੰਗ ਦਾ ਐਗਜ਼ੈਕਟਿਵ ਮੈਂਬਰ ਸੀਗਾ ਉਸ ਵੇਲੇ। ਅਗਰ ਮੈਂ BJP ਦਾ ਵਿਅਕਤੀ ਹੁੰਦਾ ਤਾਂ ਮੈਂ BJP ਦੇ ਵਿੱਚ ਹੀ ਰਹਿੰਦਾ ਔਰ ਮੈਂ ਉਹਨਾਂ ਤੋਂ ਬਹੁਤ ਕੁਝ ਲੈਂਦਾ, ਲੇਕਿਨ ਇਸ ਮੁੱਦੇ ਤੇ ਮੈਂ ਉਹਨਾਂ ਨਾਲ ਲੜਾਈ ਲੜੀ ਹੈ BJP ਨਾਲ, ਔਰ ਲੜਾਈ ਲੜ ਕੇ ਮੇਰੇ ਨਾਲ ਜਿੰਨੇ 17 ਦੇ 17 ਜ਼ਿਲ੍ਹਾ ਪ੍ਰਧਾਨ ਸੀ ਅਸਤੀਫੇ ਦਿੱਤੇ ਆ। ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਕਿ ਸਿੱਖਾਂ ਨੂੰ ਨਾਲ ਲੈ ਕੇ ਤੁਰਨਾ, ਪਗੜੀ ਧਾਰੀਆਂ ਨੂੰ ਇਕੱਠੇ ਕਰੋ, ਤੇ ਦੂਜੇ ਪਾਸੇ ਤੁਸੀਂ ਅਕਾਲੀ ਦਲ ਦੇ ਪਿੱਛੇ ਲੱਗ ਕੇ ਅਮੈਂਡਮੈਂਟ ਕਰਕੇ ਤੁਸੀਂ ਸਾਡੇ ਸਹਿਜਧਾਰੀ ਸਿੱਖਾਂ ਦੀ ਵੋਟ ਖਤਮ ਕੀਤੀ ਹੈ। ਤਾਂ ਉਸ ਚੀਜ਼ ਤੇ ਅਸੀਂ ਇਹਨਾਂ ਨਾਲ ਲੜਾਈ ਲੜੀ ਆ, ਔਰ ਇਹਨਾਂ ਤੋਂ ਅਸੀਂ ਵੱਖ ਹੋਏ ਆ। ਫਿਰ ਸਾਨੂੰ ਲਾਰਜੈਸਟ ਪਾਰਟੀ ਕੋਈ ਚਾਹੀਦੀ ਸੀ, ਅਕਾਲੀ ਦਲ ਦੇ ਨਾਲ ਅਸੀਂ ਇਕੱਲੇ ਟੱਕਰ ਨਹੀਂ ਲੈ ਸਕਦੇ, ਅਸੀਂ ਅੱਜ ਵੀ ਨਹੀਂ ਲੈ ਪਾਉਂਦੇ। ਅਕਾਲੀ ਦਲ ਨਾਲ ਟੱਕਰ ਲੈਣ ਜੋਗੇ ਅਸੀਂ ਅੱਜ ਵੀ ਨਹੀਂ ਹੈਗੇ। ਭਾਈ ਸਾਹਿਬ, ਗੱਲ ਕੀ ਹੈ ਕਿ ਇਹਨਾਂ ਕੋਲ ਤਾਂ ਪੈਸਾ ਹੈਗਾ, ਇਹ ਤਾਂ ਸੰਗਤ ਦਾ ਪੈਸਾ, ਸਹਿਜਧਾਰੀ ਮੱਥਾ ਟੇਕਦੇ ਨੇ, ਉਹੀ ਪੈਸੇ ਦੇ ਵਕੀਲ ਲਿਆਉਂਦੇ ਸਾਡੇ ਖਿਲਾਫ, ਔਰ 13 ਲੱਖ ਰੁਪਈਆ ਇੱਕ ਤਰੀਕ ਤੇ ਵਕੀਲਾਂ ਨੂੰ ਇਹਨਾਂ ਨੇ ਦਿੱਤਾ ਹੈ। ਇਹ ਗੱਲਾਂ ਔਨ ਰਿਕਾਰਡ SGPC ਦਾ ਤੁਸੀਂ ਕਢਾ ਕੇ ਦੇਖ ਸਕਦੇ ਹੋ ਕਿ ਇਹ ਸਹਿਜਧਾਰੀ ਸਿੱਖਾਂ ਦੇ ਮਾਮਲੇ ਦੇ ਉੱਤੇ ਵੋਟਰਾਂ ਦੇ ਉੱਪਰ ਇਹਨਾਂ ਦਾ ਖਰਚਾ ਕਿੰਨਾ ਹੋਇਆ। ਜੇ ਤੁਸੀਂ ਕਢਾਓ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਕਿੰਨੇ ਕਰੋੜੇ ਖਰਚ ਚੁੱਕੇ ਨੇ। ਜਦ ਕਿ ਸਾਨੂੰ ਤਾਂ ਚਲੋ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਅਸੀਂ ਗਏ ਸੀ ਵੀ ਸਾਡੀ ਉਹ ਮਦਦ ਕਰਨਗੇ, ਉਹਨਾਂ ਨੇ ਸਾਨੂੰ ਵਕੀਲ ਵੀ ਦਿੱਤੇ, ਚਲੋ ਥੋੜੀ ਬਹੁਤ ਸਾਡੀ ਉਹਦੇ 'ਚ ਮਦਦ ਕੀਤੀ। ਤੇ ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਹਾਰ ਗਏ 2007 ਦੇ ਵਿੱਚ, ਉਸ ਤੋਂ ਬਾਅਦ ਉਹ ਵੀ ਪਿੱਛੇ ਹਟ ਗਏ ਤੇ ਸਾਡੇ ਨਾਲ ਕੋਈ ਵੀ ਨਾ ਖੜਿਆ। ਸਾਨੂੰ ਤਾਂ ਆਪਣੀਆਂ ਜ਼ਮੀਨਾਂ ਵੇਚ ਕੇ, ਆਪਣੇ ਪਰਿਵਾਰ ਦੇ ਮੂੰਹ ਚੋਂ ਕੱਢ ਕੇ ਵਕੀਲਾਂ ਦੇ ਉੱਤੇ ਖਰਚਣੇ ਪਏ ਨੇ। ਸੋ ਇਹ ਲੜਾਈ ਜਿਹੜੀ ਅਸੀਂ ਲੜੀ ਆ, ਠੀਕ ਹੈ, ਅਸੀਂ ਅੱਜ ਵੀ ਲੜ ਰਹੇ ਹਾਂ, ਕਿਉਂਕਿ ਸਾਡੇ ਇਹ ਕਹਿ ਸਕਦੇ ਆ ਵੀ ਇੱਕ ਸਾਡਾ ਇੱਕ ਇਸ਼ੂ ਬਣ ਗਿਆ ਹੈਗਾ ਕਿ ਇਹਨੂੰ ਅਸੀਂ ਇੱਕ ਪਾਸੇ ਲਾਉਣਾ ਹੈਗਾ। ਤਾਂ ਅਸੀਂ ਇਹ ਲੜਾਈ ਲੜ ਰਹੇ ਹਾਂ, ਜਿਹਦੇ ਵਾਸਤੇ ਸਾਨੂੰ ਉਮੀਦ ਹੈ ਕਿ ਸਾਡੇ ਜਿਹੜੇ ਸਹਿਜਧਾਰੀ ਸਿੱਖ ਭਰਾ ਨੇ ਉਹ ਸਾਡੀ ਗੱਲ ਨੂੰ ਸਮਝਣਗੇ। ਅੱਜ ਇਹ ਮੁੱਦਾ ਸਿਰਫ ਵੋਟਿੰਗ ਰਾਈਟ ਦਾ ਨਹੀਂ ਰਿਹਾ ਮਦਨਦੀਪ ਜੀ, ਇਹ ਮੁੱਦਾ ਰਹੇਗਾ ਤੁਹਾਡੀ ਆਇਡੈਂਟੀਟੀ ਦਾ। ਤੁਹਾਨੂੰ ਇਹਨਾਂ ਨੇ ਇਸ ਕਾਬਲ ਕਰਤਾ ਹੈਗਾ ਕਿ ਇਹਨਾਂ ਨੇ ਤੁਹਾਨੂੰ ਸਿੱਖੀ ਦੇ ਵਿੱਚ ਮੰਨਿਆ ਹੀ ਨਹੀਂ ਹੈਗਾ। ਇਹਨਾਂ ਨੇ ਤੁਹਾਡੇ ਸਾਹਮਣੇ ਬੀਬੀ ਗੁਰਲੀਨ ਕੌਰ ਜਿਹੜੀ ਬੇਟੀ ਦਾ ਕੇਸ ਸੀਗਾ, ਉਹ MBBS ਲਈ ਸਿਲੈਕਟ ਹੋ ਗਈ ਸੀ ਬੱਚੀ। ਉਹ ਜਦੋਂ ਉਹਦੀ ਐਡਮਿਸ਼ਨ ਹੋਣ ਲੱਗੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ, ਤਾਂ ਉਹਦੀ ਇੰਟਰਵਿਊ ਦੇ ਵਿੱਚ ਇਹ ਕਹਿ ਕੇ ਕੱਢਤਾ ਗਿਆ ਕਿ ਤੂੰ ਭਰਵੱਟੇ ਬਣਾਏ ਆ। ਹੁਣ ਘਰਾਂ ਦੇ ਵਿੱਚ ਆਪਾਂ 16-17 ਸਾਲ ਦੇ ਬੱਚੇ ਆ ਜਿਹੜੇ, ਜਦੋਂ ਕੋਈ ਸ਼ਾਦੀ ਹੋਵੇ, ਕੋਈ ਹੋਰ ਹੋਵੇ, ਬੱਚੀਆਂ ਆਮ ਤੌਰ ਤੇ ਆਈਬਰੋਜ਼ ਬਣਾ ਲੈਂਦੀਆਂ ਨੇ, ਤੇ ਉਹ ਆਈਬਰੋ ਬਣਾਈ ਕਰਕੇ ਬੱਚੀ ਨੂੰ ਐਡਮਿਸ਼ਨ ਨਹੀਂ ਦਿੱਤੀ, ਜਦ ਕਿ ਉਹਦੇ 4ਥੀ ਪੋਜੀਸ਼ਨ ਸੀ ਉਹਦੀ ਬੱਚੀ ਦੀ। ਹੁਣ ਇਹੋ ਜਿਹੇ ਗੱਲਾਂ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਸਾਡੇ ਤਾਂ ਇਹਨਾਂ ਨੇ ਮਾਈਨੋਰਿਟੀ ਇੰਸਟੀਟਿਊਸ਼ਨਸ ਦੇ ਵਿੱਚ ਰਾਈਟ ਖਤਮ ਕਰਤੇ।
ਕੱਲ ਨੂੰ ਤੁਹਾਡੇ ਸਾਹਮਣੇ ਆ ਕਿ ਐਮਬੈਸੀਆਂ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਟਾਈਮ ਤੇ ਵੀ ਸਿੱਖ ਦੀ ਪਰਿਭਾਸ਼ਾ ਦੇ ਉੱਪਰ ਕਿੰਤੂ ਉੱਠਣੇ ਆ। ਜੇ ਇਹੀ ਅਸੀਂ ਮੰਨ ਕੇ ਚੱਲੀਏ ਕਿ ਸਿੱਖ ਸਿਰਫ ਕੇਸਾਧਾਰੀ ਹੀ ਸਿੱਖ ਹੈ ਜਾਂ ਅੰਮ੍ਰਿਤਧਾਰੀ ਹੀ ਸਿੱਖ ਹੈ, ਤਾਂ ਸਿੱਖ ਰਹਿ ਕਿੰਨੇ ਕੁ ਜਾਣਗੇ? 80% ਆਫ ਦੀ ਸਿੱਖ ਪੋਪੂਲੇਸ਼ਨ ਜਿਹੜੀ ਆ ਅੱਜ ਗੈਰ ਅੰਮ੍ਰਿਤਧਾਰੀਆਂ ਦੀ ਹੈ, 20% ਅੰਮ੍ਰਿਤਧਾਰੀ ਸਿੰਘ ਨੇ। ਤੇ ਫਿਰ ਆਬਵੀਅਸ ਆ ਸਾਡੀ ਜਿਹੜੀ ਗਿਣਤੀ ਆ ਉਹ ਤਾਂ ਤੁਸੀਂ ਘਟਾ ਰਹੇ ਹੋ, ਵਧਾ ਥੋੜੀ ਰਹੇ ਹੋ। ਤੋ ਇੱਕ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਖਾਤਰ ਇਹ ਲੜਾਈ ਲੜਨੀ ਬਹੁਤ ਜ਼ਰੂਰੀ ਹੈ। ਇਸ ਮੁੱਦੇ ਨੂੰ ਸਮਝਣ ਦੀ ਲੋੜ ਹੈ ਔਰ ਇਸ ਨੂੰ ਪੋਲੀਟੀਕਲ ਪਾਰਟੀਆਂ ਤਾਂ ਸਿਰਫ ਇਹਨੂੰ ਦੱਬਣ ਦੀ ਖਾਤਰ ਇੱਕ ਮਤਲਬ ਕਿ ਐਲੀਗੇਸ਼ਨਸ ਲਾਉਂਦੀਆਂ ਨੇ ਕਿ ਜੀ ਇਹ ਭਾਜਪਾ ਦਾ ਜੀ, ਇਹ ਆਰਐਸਐਸ ਦਾ ਜੀ, ਇਹ ਕਾਂਗਰਸ ਦਾ ਜੀ, ਇਹ ਫਲਾਨੀ ਪਾਰਟੀ ਦਾ, ਕੋਈ ਮੈਨੂੰ ਕਾਮਰੇਡ ਦੱਸੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਕਹੀ ਜਾਣ, ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ। ਇੱਕ ਦੱਸੋ ਵੀ ਇੱਕ ਦੱਸੋ ਆਪਣੇ ਰਾਈਟਸ ਹੀ ਲੜਦੇ ਆ। ਠੀਕ ਹੈ, 5 ਦਸੰਬਰ ਨੂੰ ਜਿਹੜੀ ਤੁਹਾਡੀ ਇੱਕ ਨਿਰਣਾਇਕ ਮੋੜ ਦੇ ਉੱਤੇ ਤਰੀਕ ਆ ਰਹੀ ਹੈ, ਸੁਣਵਾਈ ਹੋ ਰਹੀ ਹੈ, ਮੰਨ ਲਓ ਕਿ ਇਹ ਤੁਹਾਡੇ ਖਿਲਾਫ ਚਲਾ ਜਾਂਦਾ ਹੈ ਕੇਸ 5 ਦਸੰਬਰ ਨੂੰ, ਤਾਂ ਅੱਗੇ ਕੀ ਰਸਤਾ ਹੋਊਗਾ? ਦੇਖੋ ਜੀ, ਜਦੋਂ ਸਾਨੂੰ ਸੁਪਰੀਮ ਕੋਰਟ ਨੇ ਲਿਬਰਟੀ ਦਿੱਤੀ ਹੈ, ਉਹਨਾਂ ਨੇ ਮੰਨੀ ਹੈ, ਗੱਲ ਔਨ ਰਿਕਾਰਡ ਹੈ ਕਿ ਇਹਦੀ ਕਨਸਟੀਟਿਊਸ਼ਨਲ ਵੈਲਿਡਿਟੀ ਜਿਹੜੀ ਗਲਤ ਹੈ ਇਹਨੂੰ ਚੁਣੌਤੀ ਦਿਓ, ਤਾਂ ਨੈਚੁਰਲ ਹੈ ਜੇ ਹਾਈ ਕੋਰਟ 'ਚ ਅਸੀਂ ਹਾਰਾਂਗੇ ਤਾਂ ਅਸੀਂ ਸੁਪਰੀਮ ਕੋਰਟ ਨੂੰ ਜਾ ਕੇ ਦੱਸਾਂਗੇ ਵੀ ਤੁਸੀਂ ਤਾਂ ਮੰਨ ਰਹੇ ਹੋ ਕਿ ਸਹੀ ਹੈ, ਹਾਈ ਕੋਰਟ ਕਿਵੇਂ ਕਹੀ ਜਾਂਦੇ ਕਿ ਗਲਤ ਹੈ। ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਸਰ ਜਿਹੜਾ ਇਹ ਸਾਡੀ ਲੜਾਈ ਵੋਟ ਪਾਉਣ ਦੀ ਆ, ਨਾ ਕਿ ਚੋਣ ਲੜਨ ਦੀ। ਕਈ ਵਿਚਾਰੇ ਮਤਲਬ ਕਿ ਜਿਵੇਂ ਹੁਣ ਆਪਣੀਆਂ ਡਿਵਾਈਸ ਚੱਲ ਰਹੀ ਹੈ ਡਿਬੇਟ, ਇਹਦੇ ਥੱਲੇ ਕਮੈਂਟ 'ਚ ਵੀ ਲਿਖਣਗੇ ਵੀ ਤੁਸੀਂ ਤਾਂ ਚਾਹੁੰਦੇ ਹੋ ਵੀ ਘੋਨੇ ਮੋਨੇ ਜਥੇਦਾਰ ਬਣ ਜਾਣ ਅਕਾਲ ਤਖਤ ਦੇ, ਤੁਸੀਂ ਤਾਂ ਚਾਹੁੰਦੇ ਹੋ ਕਿ ਹੈੱਡ ਗ੍ਰੰਥੀ ਜਿਹੜਾ ਕਲੀਨ ਸ਼ੇਵਨ ਹੋਵੇ। ਉਹ ਭਲਿਓ ਲੋਕੋ, ਪਹਿਲਾਂ ਸਾਡੀ ਗੱਲ ਨੂੰ ਸਮਝ ਲਓ, ਅਸੀਂ ਚਾਹੁੰਦੇ ਕੀ ਆ? ਅਸੀਂ ਚਾਹੁੰਦੇ ਆ ਕਿ ਅੰਮ੍ਰਿਤਧਾਰੀ ਹੀ ਚੋਣ ਲੜੇ। ਇਹ ਤਾਂ ਐਕਟ ਦੇ ਵਿੱਚ ਵੀ ਲਿਖਿਆ, ਬਿਨਾਂ ਅੰਮ੍ਰਿਤਧਾਰੀ ਦੇ ਤਾਂ ਨਾ ਕੋਈ ਹੈੱਡ ਗ੍ਰੰਥੀ ਲੱਗ ਸਕਦਾ, ਨਾ ਕੋਈ ਜਥੇਦਾਰ ਅਕਾਲ ਤਖਤ ਦਾ ਲੱਗ ਸਕਦਾ। ਉਹ ਤਾਂ ਸੇਫਗਾਰਡ। ਤੇ ਅਸੀਂ ਘੋਨਾ ਮੋਨੇ ਨੂੰ ਕਿਵੇਂ ਬਿਠਾ ਦਾਂਗੇ ਉੱਥੇ? ਨਾਲੇ ਅਸੀਂ ਰੀਜ਼ਨ ਦੀ ਗੱਲ ਕਰਦੇ ਆ ਤਾਂ ਸਾਨੂੰ ਇਹ ਦੱਸੋ, ਅਸੀਂ ਅਦਾਲਤ 'ਚ ਵੀ ਇਹ ਗੱਲ ਕਹੀ, ਐਸਜੀਪੀਸੀ ਨੂੰ ਵੀ, ਸਰਕਾਰ ਨੂੰ ਵੀ ਕਹੀ ਹੈ ਵੀ ਇੱਕ ਗੁਰਦੁਆਰਾ ਸਾਹਿਬ ਦਿਖਾਓ ਤੁਸੀਂ ਐਸਜੀਪੀਸੀ ਦਾ ਜਿਹਦੇ ਤੇ ਸਹਿਜਧਾਰੀ ਨੇ ਕਬਜ਼ਾ ਕੀਤਾ ਹੋਵੇ। ਇੱਕ ਗੁਰਦੁਆਰਾ, ਇੱਕ ਐਗਜ਼ਾਮਪਲ ਦੇ ਦਿਓ। ਸਾਰੇ ਪੰਜਾਬ ਦੇ ਵਿੱਚ ਇੱਕ ਐਗਜ਼ਾਮਪਲ ਦੇ ਦਿਓ ਕਿ ਇਸ ਗੁਰਦੁਆਰੇ ਦੇ ਉੱਪਰ ਸਹਿਜਧਾਰੀ ਨੇ ਕਬਜ਼ਾ ਕਰ ਲਿਆ ਹੈਗਾ। ਕੋਈ ਹੈ ਹੀ ਨਹੀਂ। ਮਤਲਬ ਤੁਹਾਡੀ ਲੜਾਈ ਹੈ ਕਿ ਜਿਹੜੇ ਜਿਨ੍ਹਾਂ ਨੇ ਕੇਸ ਪੂਰਨ ਨਹੀਂ ਰੱਖੇ ਹੋਏ ਪਰ ਹੈਗੇ ਉਹ ਸਿੱਖਾਂ ਦੇ ਮੁੰਡੇ ਜਾਂ ਸਿੱਖਾਂ ਦੇ ਆਪਣੇ ਆ, ਵੀ ਉਹਨਾਂ ਨੂੰ ਕਮ ਸੇ ਕਮ ਜਿਹੜਾ ਉਹ ਉਹਨਾਂ ਦਾ ਪਿਰਤੀ ਜਿਹੜਾ ਇੱਕ ਧਰਮ ਹੈ ਉਹਨਾਂ ਨੂੰ ਦਿੱਤਾ ਜਾਵੇ, ਰਾਈਟ ਉਹਨਾਂ ਨੂੰ ਦਿੱਤਾ ਜਾਵੇ। ਤੁਹਾਡੀ ਲੜਾਈ ਇਹ ਆ। ਮਿਲਿਆ ਹੋਇਆ ਸੀ ਰਾਈਟ ਖੋਵੋ ਨਾ। ਅਸੀਂ ਤਾਂ ਕਹਿੰਦੇ ਖੋਹ ਲਿਆ ਤੁਸੀਂ। ਖੋਇਆ ਕਿਉਂ? ਫॉर योर ओन ਇੰਟਰਸਟ ਖੋਇਆ ਤੁਸੀਂ। ਇੱਕ ਪਰਿਵਾਰ ਨੂੰ ਕਬਜ਼ਾ ਦਿਵਾਉਣਾ ਸੀ ਬਾਦਲਾਂ ਨੂੰ, ਉਹਦੇ ਕਰਕੇ ਤੁਸੀਂ ਖੋਹ ਲਿਆ। ਸਾਡੀ ਲੜਾਈ ਇੰਨੀ ਕੀ ਆ। ਹੁਣ ਦੇਖੋ ਨਾ, ਸਾਡੇ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਵੀ ਇਹਨਾਂ ਦੀ ਬੋਲੀ ਬੋਲਦੇ ਆ। ਉਹ ਕਹਿਣਗੇ ਜੀ ਸਿੱਖ ਜੰਮਦਾ ਨਹੀਂ, ਸਿੱਖ ਬਣਨਾ ਪੈਂਦਾ। ਆ ਪ੍ਰਚਾਰਕ ਵੀ ਮੈਂ ਦੇਖਿਆ ਸਵੇਰੇ ਸਵੇਰੇ ਲੱਗੇ ਹੁੰਦੇ ਆ ਕਿ ਸਿੱਖ ਜੰਮਦਾ ਨਹੀਂ, ਸਿੱਖ ਬਣਨਾ ਪੈਂਦਾ। ਭਲਿਓ ਲੋਕੋ, ਤੁਸੀਂ ਰਹਿਤ ਰੱਖੋ, ਫਲਾਣਾ ਰੱਖੋ, ਠੀਕ ਹੈ, ਅਸੀਂ ਸਤਿਕਾਰ ਕਰਦੇ ਆ, ਪਰ ਲੇਕਿਨ ਇੱਕ ਗੱਲ ਯਾਦ ਰੱਖੋ, ਜੇ ਹਿੰਦੂ ਘਰ ਪੈਦਾ ਹਿੰਦੂ ਹੈ, ਮੁਸਲਿਮ ਘਰ ਪੈਦਾ ਮੁਸਲਿਮ ਹੈ, ਈਸਾਈ ਘਰ ਪੈਦਾ ਈਸਾਈ ਹੈ, ਬੋਧੀ ਘਰ ਪੈਦਾ ਬੋਧੀ ਹੈ, ਤੇ ਸਿੱਖ ਕੇ ਘਰ ਪੈਦਾ ਹੋਇਆ ਕੌਣ ਹੈ? ਉਹ ਸਿੱਖ ਹੀ ਹੈ। ਖਾਲਸਾ ਉਹਨੂੰ ਸਜਣਾ ਪੈਣਾ, ਖਾਲਸਾ ਉਹਨੂੰ ਬਣਨਾ ਪੈਣਾ। ਇੰਨਾ ਕੁ ਡਿਫਰੈਂਸ ਆ, ਬਸ, ਜ਼ਿਆਦਾ ਡਿਫਰੈਂਸ ਨਹੀਂ ਹੈ। ਖਾਲਸਾ ਤੇ ਸਿੱਖ ਇਹ ਦੋ ਹੀ ਨੇ। ਸਿੱਖੀ ਚੋਂ ਹੀ ਖਾਲਸਾ ਸਜਿਆ। ਮਤਲਬ ਇੱਕ ਤੁਸੀਂ ਪਰਿਭਾਸ਼ਾ, ਸਿੱਖਾਂ ਦੀ ਪਰਿਭਾਸ਼ਾ ਤੁਸੀਂ ਜਿਹੜੀ ਹੈ ਉਹਨੂੰ ਦੋ ਸ਼ਾਬਦਿਕ ਅਰਥ ਵਿੱਚ ਲੈ ਰਹੇ ਹੋ। ਇੱਕ ਹੈਗਾ ਸਹਿਜਧਾਰੀ ਤੇ ਦੂਜਾ ਹੈਗਾ ਕੇਸਾਧਾਰੀ। ਸਹਿਜਧਾਰੀ ਦੀ ਤਾਂ ਮਦਨਦੀਪ ਜੀ ਲੋੜ ਹੀ ਨਹੀਂ ਹੈਗੀ। ਸਹਿਜਧਾਰੀ ਸ਼ਬਦ ਵੀ ਨਹੀਂ ਲੋੜ ਹੈਗੀ, ਸਿੱਧਾ ਹੀ ਆ ਸਿੱਖ ਤੇ ਖਾਲਸਾ, ਸਿੱਖ ਤੇ ਸਿੰਘ। ਰੌਲਾ ਹੀ ਮੁੱਕ ਜੇ ਅਗਰ ਸਿੱਖ ਤੇ ਸਿੰਘ ਹੋਵੇ। ਇਹ ਹੈ ਹੀ ਐਵੇਂ ਆ, ਫੈਕਟ ਹੀ ਇਹ ਹੈ। ਇਹ ਤਾਂ ਇਹਨਾਂ ਦਾ ਕ੍ਰੀਏਸ਼ਨ ਹੈ। ਸਾਡੇ ਜਿਹੜੇ ਕਹਿ ਲਓ ਲੀਡਰਸ ਨੇ ਜਾਂ ਸਾਡੀ ਜਿਹੜੀ ਕੌਮ ਦੇ ਬੁੱਧੀਜੀਵੀ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਆ ਆਗੂ ਨੇ, ਉਹਨਾਂ ਦੀ ਕ੍ਰੀਏਸ਼ਨ ਹੈ ਸਾਰੀ ਇਹ। ਇਹ ਕਹਿਣਗੇ ਜੀ ਸਹਿਜੇ ਸਿੱਖ ਬਣੇ ਜਿਹੜਾ ਉਹ ਸਹਿਜਧਾਰੀ ਹੈ। ਭਾਈ ਕਾਹਨ ਸਿੰਘ ਨਾਭਾ ਜੀ ਦੀ ਜਿਹੜਾ ਮਹਾਨ ਕੋਸ਼ ਹੈ ਉਹਦੇ ਚ ਲਿਖਿਆ ਹੈ ਇਹ ਜਿਹੜੀ ਸਹਿਜ ਦਾ ਮੀਨਿੰਗ ਹੈ, ਇਹ ਸਹਿਜੇ ਨਹੀਂ ਹੈਗਾ। ਸਹਿਜੇ ਨੂੰ ਕਹਿਣਗੇ ਸਲੋ, ਸਹਿਜੇ ਨਹੀਂ ਹੈਗਾ। ਇਹ ਸਹਿਜ ਇੱਕ ਅਵਸਥਾ ਦੱਸੀ ਗਈ ਆ। ਉਹਨਾਂ ਨੇ ਕਿਹਾ ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖੀ ਦਾ ਅਨਿਖੜਵਾਂ ਉਹ ਅੰਗ ਜੋ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਇਸ਼ਟ ਨਹੀਂ ਮੰਨਦਾ। ਸੋ ਕਲੀਅਰ ਹੈ, ਇਹ ਸੁਖਾਲੀ ਰੀਤ ਹੈ
ਉਹਨਾਂ ਦੀ ਰਹਿਣ ਸਹਿਣ ਆ ਨਹੀਂ, ਸਹਿਜ ਤਾਂ ਸੁਖਾਰੀ। ਸਿੱਧੀ ਗੱਲ ਹੈ ਨਾ, ਭਾਣਾ ਮੰਨਣ ਵਾਲਾ ਆ ਸਹਿਜ ਤਾਂ ਉਹਨੂੰ ਕਹਿੰਦੇ ਵੀ ਜਿਹਦੇ ਚ ਸਹਿਜ ਹੈ। ਇਕੱਲਾ ਦੁੱਖ ਭਾਣਾ ਸੁੱਖ ਮੰਨਣ ਵਾਲਾ ਦੁੱਖ ਨਹੀਂ ਸੁੱਖ ਕਹਿ ਦੇ ਸਕਦੇ। ਵਿੱਚ ਦੁੱਖ ਸੁੱਖ ਦੇ ਵਿੱਚ ਜਿਹੜਾ ਇਨਸਾਨ ਜਿਹੜਾ ਹੈ ਉਹ ਇੱਕੋ ਜਿਹਾ ਰਵੇ, ਉਹਦੇ ਵਿੱਚ ਸਹਿਜਤਾ ਹੈ। ਕੋਈ ਸਹਿਜਿਕ ਅਵਸਥਾ ਹੈ ਜੀ, ਸਹਿਜਿਕ ਅਵਸਥਾ ਹੈ, ਇਟਸ ਪੀਸ, ਬਿਲਕੁਲ ਪੀਸਫੁਲ ਐਂਡ ਕਹ ਲੋ, ਕਹਿ ਸਕਦੇ ਆਪਾਂ ਸਟੇਟ ਆਫ ਮਾਈਂਡ ਹੈ। ਤੇ ਹੁਣ ਇਹ ਲੋਕ ਕੀ ਕਰ ਰਹੇ ਨੇ, ਇਹ ਉੱਥੇ ਨਵੀਆਂ ਨਵੀਆਂ ਪਰਿਭਾਸ਼ਾਵਾਂ ਛੱਡਦੇ ਨੇ, ਇਨਵॉइस ਫਰਮ ਦੀ ਅਦਰ ਰਿਲੀਜਨ ਕਮਿੰਗ ਇਨਟੂ ਆਵਰ ਰਿਲੀਜਨ। ਇਹ ਸਹਿਜਧਾਰੀ ਨੇ ਜੀ, ਕਿੱਥੇ ਲਿਖਿਆ ਹੈ? ਗੱਲਾਂ ਆਪਣੀਆਂ ਕ੍ਰੀਏਸ਼ਨ। ਪਰ ਸਿੱਖ ਦੀ ਪਰਿਭਾਸ਼ਾ ਬਾਰੇ ਮੇਰੀ ਨਾਲ ਬਹੁਤ ਸਾਰੇ ਵਿਦਵਾਨਾਂ ਨਾਲ ਵੀ ਗੱਲ ਹੋਈ ਹੈ, ਉਹਨਾਂ ਕੋਲੇ ਵੀ ਬਹੁਤ ਕੋਈ ਕਲੈਰਿਟੀ ਨਹੀਂ ਹੈਗੀ ਸਿੱਖ ਦੀ ਪਰਿਭਾਸ਼ਾ ਕੀ ਹੈ। ਮੈਂ ਮਦਨਜੀਤ ਜੀ 1 ਮਿੰਟ ਲਵਾਂਗਾ, ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੈਂ ਬਾਹਰ ਨਹੀਂ ਜਾਊਂਗਾ, ਔਰ ਮੈਂ ਇਹਨਾਂ ਨੂੰ ਜਿਹੜੇ ਸਾਡੇ ਬੁੱਧੀਜੀਵੀ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਜਦੋਂ ਮਰਜ਼ੀ ਮੇਰੇ ਨਾਲ ਬੈਠ ਕੇ ਇਸ ਗੱਲ ਤੇ ਡਿਬੇਟ ਕਰ ਲੈਣ। ਅਸੀਂ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਇਹ ਔਨ ਰਿਕਾਰਡ ਗੱਲਾਂ ਲਿਆਂਦੀਆਂ ਹੋਈਆਂ ਨੇ, ਜਿਹਦੇ 'ਚ ਅਸੀਂ ਕੇਸਾਂ ਦੇ ਉੱਪਰ, ਜਦੋਂ ਸਾਡੀ ਬਹਿਸ ਚੱਲੀ ਸੀ ਬੀਬੀ ਗੁਰਲੀਨ ਕੌਰ ਦੇ ਕੇਸ ਬਾਰੇ, ਤੇ ਉੱਥੇ ਇਹ ਗੱਲ ਕਲੀਅਰ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟੋਟਲ 45 ਟਾਈਮ ਕੇਸ਼ ਵਰਡ ਆਇਆ ਹੈਗਾ, ਸ਼ਬਦ ਕੇਸ਼, ਔਰ ਉਹ 45 ਦੇ 45 ਸ਼ਲੋਕ ਅਸੀਂ ਮਾਨਯੋਗ ਅਦਾਲਤ 'ਚ ਪੇਸ਼ ਕੀਤੇ। ਕਿਸੇ ਦੇ ਵਿੱਚ ਇਹ ਨਹੀਂ ਲਿਖਿਆ ਕਿ ਕੇਸ ਰੱਖਣ ਵਾਲਾ ਸਿੱਖ ਹੈ ਜਾਂ ਕੇਸ ਨਾ ਰੱਖਣ ਵਾਲਾ ਜਿਹੜਾ ਸਿੱਖ ਨਹੀਂ ਹੈਗਾ। ਔਰ ਜਿੱਥੋਂ ਤੱਕ ਪਤਿਤ ਦੀ ਗੱਲ ਆਈ ਹੈ, ਉੱਥੇ ਵੀ ਇਹ ਗੱਲ ਅਸੀਂ 129 ਵਾਰੀ ਪਤਿਤ ਸ਼ਬਦ ਆਇਆ, ਔਰ 129 ਦੇ 29 ਸ਼ਲੋਕ ਅਸੀਂ ਮਾਨਯੋਗ ਅਦਾਲਤ 'ਚ ਪੇਸ਼ ਕੀਤੇ ਆ, ਜਿੱਥੇ ਕਿਤੇ ਨਹੀਂ ਲਿਖਿਆ ਕਿ ਕੇਸਾਂ ਦੀ ਬੇਅਦਬੀ ਕਰਨ ਵਾਲਾ ਪਤਿਤ ਹੋ ਜਾਂਦਾ। ਸੋ ਇਹ ਇਹਨਾਂ ਦੀ ਆਪਣੀ ਕ੍ਰੀਏਸ਼ਨ ਹੈ। ਮਾਨਯੋਗ ਜਸਟਿਸ ਖੇਰ ਸਾਹਿਬ ਦੀ ਜੱਜਮੈਂਟ ਦੇ ਵਿੱਚ ਉਹਨਾਂ ਨੇ ਕਲੀਅਰ ਲਿਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਸਾਇਲੈਂਟ ਔਨ ਦੀ ਇਸ਼ੂ ਆਫ ਹੇਅਰ। ਬੇਸ਼ੱਕ ਉਹ ਆਪਦੀ ਜੱਜਮੈਂਟ ਦੇ ਵਿੱਚ ਇਹ ਗੱਲ ਕਹਿ ਗਏ ਕਿ ਕੇਸਾ ਜਿਹੜਾ ਸਿੱਖ ਹੈ ਉਹਦੇ ਲਈ ਕੇਸਾਧਾਰੀ ਹੋਣਾ ਬਹੁਤ ਜ਼ਰੂਰੀ ਹੈ, ਪਰ ਜਦੋਂ ਜਸਟਿਸ ਖੇਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ ਸੀ ਤੇ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਕਿ ਇਹ ਸਿੱਖ ਹੈਜ਼ ਬੀਨ ਅਪਾਇੰਟਡ ਐਜ਼ ਫਸਟ ਟਾਈਮ ਹੈਜ਼ ਬੀਨ ਅਪਾਇੰਟਡ ਐਜ਼ ਚੀਫ ਜਸਟਿਸ ਆਫ ਸੁਪਰੀਮ ਕੋਰਟ, ਤਾਂ ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀ ਕਿ ਜਸਟਿਸ ਖੇਰ ਇਜ਼ ਨਾਟ ਐ ਸਿੱਖ ਐਜ਼ ਪਰ ਹਿਜ਼ ਓਨ ਜੱਜਮੈਂਟ। ਸੋ ਮੈਂ ਦੱਸਣਾ ਚਾਹੁੰਦਾ ਕਿ ਸਰ ਬੇਨਤੀ ਇਹ ਆ ਕਿ ਸਾਨੂੰ ਸਮਝਣਾ ਚਾਹੀਦਾ ਕਿ ਜਿਹੜਾ ਵਿਅਕਤੀ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਆਪ ਨੂੰ ਸਿੱਖ ਕਹਿੰਦਾ, ਆਪਾਂ ਮਰਦਮਸ਼ੁਮਾਰੀ ਹੁੰਦੀ ਹੈ ਉੱਥੇ ਅਸੀਂ ਕਹਿੰਦੇ ਸਾਡਾ ਇੱਕ ਠੋਕ ਕੇ ਕਹਿੰਦੇ ਕਿ ਸਾਡਾ ਧਰਮ ਸਿੱਖ ਹੈ, ਫਿਰ ਸਾਡਾ ਹੋਰ ਤਾਂ ਕੋਈ ਧਰਮ ਹੈ ਨਹੀਂ ਗਾ। ਜਦ ਸਾਡਾ ਧਰਮ ਸਿੱਖ ਹੈ ਫਿਰ ਸਾਨੂੰ VOTING ਰਾਈਟ ਹੋਣਾ ਚਾਹੀਦਾ। ਚੋਣਾਂ ਤੁਸੀਂ ਲੜੋ, ਤੁਸੀਂ ਅੰਮ੍ਰਿਤਧਾਰੀ ਸਿੰਘ। ਪਰ ਇੱਕ ਜ਼ਰੂਰ ਹੈ, ਠੀਕ ਹੈ ਵੀ ਤੁਸੀਂ, ਠੀਕ ਹੈ ਵੀ ਸਹਿਜਧਾਰੀ ਸਿੱਖ ਵੀ ਪੂਰਨ ਸਿੱਖ ਨੂੰ ਜਿਹੜਾ ਖਾਲਸਾਈ ਸਿੱਖ ਆ ਉਹਨੂੰ ਵੋਟ ਦੇਣਗੇ ਤੇ ਉਹ ਵੀ ਪ੍ਰਧਾਨ ਬਣੇਗਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਜ਼ਰੂਰ ਬਦਲ ਜਾਏਗਾ ਜੇ ਤੁਹਾਨੂੰ ਅਧਿਕਾਰ ਮਿਲ ਗਿਆ ਤਾਂ। ਇਤਿਹਾਸ ਨਹੀਂ ਬਦਲਦਾ। ਤੁਹਾਨੂੰ ਅਧਿਕਾਰ ਮਿਲਣ ਦਾ ਮਤਲਬ ਹੈ ਮੈਨੂੰ ਹੀ ਮਿਲ ਜਾਏਗਾ। ਨਹੀਂ ਮਦਨਦੀਪ ਜੀ, ਮੈਂ ਇੱਥੇ ਇਹੀ ਗੱਲ ਕਹਿਣਾ ਕਿ ਸਾਡਾ ਮੀਡੀਆ ਵੀ ਨਾ ਇਹਨੂੰ ਬੜਾ ਲਾਈਟਲੀ ਲੈ ਲੈਂਦਾ ਹੈ, ਔਰ ਆਪਾਂ ਲਾਈਟਲੀ ਨਹੀਂ ਲੈ ਰਿਹਾ, ਲਾਈਟਲੀ ਨਹੀਂ ਲੈ ਰਿਹਾ। ਮੈਂ ਤੁਹਾਨੂੰ ਦੱਸਦਾ, ਮੈਂ ਦੱਸਣਾ ਚਾਹੁੰਦਾ ਇੱਥੇ ਕਿ ਇਹ 'ਚ ਨਾ ਸੁਧਾਰ ਬਹੁਤ ਆ ਜਾਏਗਾ। ਅੱਛੇ ਲੋਕ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਨੂੰ ਚੁਣੋਗੇ ਤੁਸੀਂ। ਅੱਜ ਤੱਕ ਕੀ ਹੈ, ਅੱਜ ਥੋੜੇ ਜਿਹੇ ਬੰਦਿਆਂ ਦੀਆਂ ਵੋਟਾਂ ਬਣਾਉਂਦਾ, ਜਥੇਦਾਰ ਕੀ ਕਰਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਜਾਂਦੇ ਨੇ, ਆਪਦੇ ਏਰੀਏ ਦੇ ਲੋਕਾਂ ਦੀਆਂ ਵੋਟਾਂ ਬਣਾ ਲੈਣਗੇ, ਬਾਕੀ ਦਾ ਕਟਵਾ ਦੇਣਗੇ ਜੀ ਇਹ ਤਾਂ ਸਹਿਜਧਾਰੀ ਜੀ, ਤਾਂ ਫਲਾਣਾ ਪਤਿਤ ਹੈ ਜੀ। ਪਤਿਤ ਤਾਂ ਹੁਣ ਇਹਨਾਂ ਦੇ ਜਿਹੜੇ ਜਥੇਦਾਰ ਨੇ ਖੁਦ ਪਤਿਤ ਹੋਏ ਫਿਰਦੇ ਨੇ, ਰੋਜ਼ ਉਹਨਾਂ ਦੀਆਂ ਵੀਡੀਓਜ਼ ਆ ਜਾਂਦੀਆਂ ਨੇ ਤੁਹਾਡੇ ਸਾਹਮਣੇ। ਇਸ ਕਰਕੇ ਮੈਂ ਉਸ ਪਾਸੇ ਨਹੀਂ ਪੈਣਾ ਚਾਹੁੰਦਾ। ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹੂੰਗਾ, ਜ਼ਿਆਦਾ ਨਹੀਂ, ਕਿ ਜਿਹੜੇ ਵਿਅਕਤੀ ਸਿੱਖ ਨੇ, ਸਿੱਖ ਪਰਿਵਾਰਾਂ 'ਚ ਪੈਦਾ ਹੋ ਗਏ ਨੇ ਜਿਹੜੇ, ਉਹਨਾਂ ਨੂੰ ਘੱਟੋ ਘੱਟ ਤੁਸੀਂ ਇਹ ਨਾ ਕਹੋ ਕਿ ਪਤਿਤ ਨੇ ਜੀ ਸਿੱਖ ਨੇ। ਪਤਿਤ ਤਾਂ ਅੰਮ੍ਰਿਤ ਭੰਗ ਕਰਨ ਵਾਲਾ ਹੁੰਦਾ, ਸਹਿਜਧਾਰੀ ਤਾਂ ਅੰਮ੍ਰਿਤ ਛਕਿਆ ਹੀ ਨਹੀਂ, ਉਹ ਤਾਂ ਪਤਿਤ ਹੈ ਹੀ ਨਹੀਂ ਗਾ। ਸੋ ਪਤਿਤ ਦੀ ਆੜ ਦੇ ਵਿੱਚ ਤੁਸੀਂ 80% ਸਿੱਖਾਂ ਨੂੰ ਆਊਟ ਕਰ ਰਹੇ ਹੋ। ਇਹ ਤੁਹਾਡੇ ਲਈ ਸਾਡੇ ਰਿਲੀਜਨ ਨੂੰ ਡੈਮੇਜ ਕਰਨ ਵਾਲੀ ਗੱਲ ਹੈ, ਇਹ ਨਹੀਂ ਹੋਣੀ ਚਾਹੀਦੀ, ਤੇ ਇੰਨੀ ਸਾਡੀ ਲੜਾਈ ਹੈ ਨਾ। ਅੱਛਾ, ਆਪਾਂ ਜਾਂਦੇ ਜਾਂਦੇ ਸਮਾਂ ਆਪਣੇ ਕੋਲ ਤਕਰੀਬਨ ਜਿਹੜਾ ਹੈਗਾ ਉਹ ਸਮਾਪਤ ਹੋਣ ਵਾਲਾ ਹੈ, ਲੇਕਿਨ ਇੱਕ ਬੜਾ ਅਹਿਮ ਸਵਾਲ ਜਿਹੜਾ ਰਹਿ ਗਿਆ, ਜਿਹੜਾ ਮੈਂ ਕਰਨਾ ਚਾਹੁੰਦਾ ਆ ਕਿ ਜਿਹੜਾ ਅਮੈਂਡਮੈਂਟ ਹੋਈ ਹੈ ਪੰਜਾਬ ਵਿਧਾਨ ਸਭਾ 'ਚ ਗੁਰਦੁਆਰਾ ਐਕਟ ਦੇ ਵਿੱਚ, ਤੁਹਾਡੇ ਇਸ ਕੇਸ ਨਾਲ ਉਸ ਕੇਸ ਦਾ ਕੋਈ ਪ੍ਰਭਾਵਿਤ ਹੋਣਾ ਜਾਂ ਕੋਈ ਅਸਰ ਹੋਣਾ, ਕੋਈ ਇਸ ਤਰ੍ਹਾਂ ਦਾ ਮਾਮਲਾ ਹੋ ਸਕਦਾ ਹੈ? ਹਾਂਜੀ, ਦੇਖੋ ਇਹ ਜਿਹੜਾ ਅਮੈਂਡਮੈਂਟ ਕੀਤੀ ਆ ਪੰਜਾਬ ਸਰਕਾਰ ਨੇ, ਉਹਨਾਂ ਨੇ ਜਿਹੜਾ ਹਰਿਆਣਾ SGPC ਦਾ ਕੇਸ ਡਿਸਾਈਡ ਹੋਇਆ ਸੁਪਰੀਮ ਕੋਰਟ ਦੇ ਵਿੱਚ, ਜਿੱਥੇ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਮੰਨੀ ਹੈ ਕਿ ਇਹ ਸਟੇਟ ਐਕਟ ਹੈ, ਜਿਹੜਾ ਸਿੱਖ ਗੁਰਦੁਆਰਾ ਐਕਟ 1925 ਸਟੇਟ ਐਕਟ ਹੈ, ਉਸ ਦੇ ਬੇਸ ਤੇ ਇਹਨਾਂ ਨੇ ਇਹ ਅਮੈਂਡਮੈਂਟ ਕੀਤੀ ਆ। ਹੁਣ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ
ਕਿ ਉਹ ਅਮੈਂਡਮੈਂਟ ਇਹਨਾਂ ਦੀ ਇਸੇ ਕਰਕੇ ਲਟਕ ਗਈ ਆ, ਉਹਨੂੰ ਹਲੇ ਪ੍ਰਵਾਨਗੀ ਨਹੀਂ ਮਿਲੀ ਗਵਰਨਰ ਸਾਹਿਬ ਤੋਂ, ਕਿਉਂਕਿ ਉਹਦੇ 'ਚ ਛੋਟਾ ਜਿਹਾ ਇੱਕ ਇਸ਼ੂ ਆ ਗਿਆ ਸੀਗਾ ਕਿ ਹਰਿਆਣੇ ਵਾਲੀ ਐਸਜੀਪੀਸੀ ਜਿਹੜੀ ਸੀਗੀ ਉਹ ਉਹਨਾਂ ਨੇ ਸਕ੍ਰੈਪ ਕਰਤੀ ਸੀ ਪੁਰਾਣੀ, ਨਵੀਂ ਬਣਾ ਲਈ ਸੀਗੀ। ਹੁਣ ਨਵੀਂ ਐਸਜੀਪੀਸੀ ਜਿਹੜੀ ਆ ਉਹਨਾਂ ਨੂੰ ਬਣਾਉਣ ਦਾ ਅਧਿਕਾਰ ਹੈਗਾ, ਠੀਕ ਹੈ ਜੀ, ਉਹਨਾਂ ਨੇ ਨਵੀਂ ਬਣਾ ਲਈ। ਤੇ ਇਹ ਜਿਹੜਾ ਸਟੇਟ ਐਕਟ ਆ ਤਾਂ ਇਹਦੇ 'ਚ ਜਿਹੜੀ ਕੋਈ ਅਮੈਂਡਮੈਂਟ ਤੁਸੀਂ ਕਰਨੀ ਆ, ਜਾਂ ਤਾਂ ਇਹ ਹਿਮਾਚਲ ਤੇ ਚੰਡੀਗੜ੍ਹ ਤੇ ਲਾਗੂ ਨਾ ਹੋਵੇ, ਫਿਰ ਤਾਂ ਇਹ ਤੁਸੀਂ ਅਮੈਂਡਮੈਂਟਸ ਇਹਦੀਆਂ ਕਰ ਸਕਦੇ ਹੋ। ਪਰ ਜਿੰਨੀ ਦੇਰ ਤੱਕ ਐਡਜੈਸੈਂਟ ਸਟੇਟਸ, ਦੂਜੀਆਂ ਸਟੇਟਾਂ ਦੇ ਵਿੱਚ ਇਹਦੀ ਹੱਦ ਹੈ ਜਾਂ ਉੱਥੋਂ ਕੋਈ ਚੁਣ ਕੇ ਮੈਂਬਰ ਆ ਰਹੇ ਨੇ, ਇਹਦੇ ਕੰਸਟੀਟੂਐਂਟਸ ਨੇ ਉਹ, ਤਾਂ ਉਨੀ ਦੇਰ ਤੁਸੀਂ ਇਹਦੇ 'ਚ ਡਾਇਰੈਕਟਲੀ ਇਸ ਤਰ੍ਹਾਂ ਦੀ ਅਮੈਂਡਮੈਂਟ ਨਹੀਂ ਕਰ ਸਕਦੇ। ਇਸ ਕਰਕੇ ਅਮੈਂਡਮੈਂਟ ਜਿਹੜੀ ਹੋਈ ਆ ਉਹ ਸਹੀ ਨਹੀਂ ਹੈਗੀ। ਹਾਂ, ਅਸੀਂ ਆਪਣੇ ਕੇਸ ਦੇ ਵਿੱਚ ਇਸ ਗੱਲ ਤੇ ਤਾਂ ਪਹਿਲਾਂ ਤੋਂ ਹੀ ਜ਼ੋਰ ਪਾਉਂਦੇ ਆ ਰਹੇ ਹਾਂ ਕਿ ਇਟ ਇਜ਼ ਅ ਸਟੇਟ ਐਕਟ, ਇਹਦੀ ਅਮੈਂਡਮੈਂਟ ਪਾਰਲੀਮੈਂਟ ਦੀ ਬਜਾਏ ਸਟੇਟ 'ਚ ਹੋਣੀ ਚਾਹੀਦੀ ਸੀ। ਹੁਣ ਇਹ ਇੱਕ ਵਿਵਾਦ ਦਾ ਇੱਕ ਮੁੱਦਾ ਹੈਗਾ, ਪਰ ਲੇਕਿਨ ਇਹਦੇ ਤੇ ਹਲੇ ਆਪਾਂ ਇਹ ਨਹੀਂ ਕਹਿ ਸਕਦੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਗਵਰਨਮੈਂਟ ਕੋਈ ਐਡਾ ਦਾ ਸਟੈਪ ਲਵੇਗੀ ਕਿ ਆਪਣੀ ਐਸਜੀਪੀਸੀ ਨਹੀਂ। ਤੁਹਾਡੇ ਕੇਸ ਨਾਲ, ਜੇ ਤੁਹਾਡੇ ਕੇਸ ਦਾ ਫੈਸਲਾ ਆ ਜਾਂਦਾ ਹੈ ਤੇ ਉਸ ਫੈਸਲੇ ਦਾ ਇਸ ਜਿਹੜੀ ਅਮੈਂਡਮੈਂਟ ਹੈ, ਜਿਹੜੀ ਸੋਧ ਇਹਨਾਂ ਨੇ ਕੀਤੀ, ਉਹਦੇ ਤੇ ਕੋਈ ਅਸਰ ਨਹੀਂ ਹੈ। ਇਹਦੇ ਤੇ ਸਾਡੇ ਉਹਦਾ ਕੇਸ ਦੇ ਉੱਤੇ, ਮਤਲਬ ਸਾਡੇ ਕੇਸ ਦਾ ਇਹਦੇ ਤੇ ਕੋਈ ਇਫੈਕਟ ਨਹੀਂ ਹੈਗਾ, ਇਹ ਸੈਪਰੇਟ ਇਸ਼ੂ ਹੈ। ਪਰ ਇੱਥੇ ਥੋੜਾ ਜਿਹਾ ਸਰਕਾਰ ਨੂੰ ਗਾਈਡ ਕਰਨ ਵਾਲੇ ਜਿਹੜੇ ਇਹਨਾਂ ਦੇ ਹੈਗੇ ਨੇ, ਕਹਿ ਸਕਦਾ ਐਡਵਾਈਜ਼ਰ, ਉਹਨਾਂ ਨੇ ਗਲਤ ਐਡਵਾਈਸ ਕੀਤਾ। ਮੈਂ ਉਲਟਾ ਸਰਕਾਰ ਨੂੰ ਮੇਲ ਵੀ ਕੀਤੀ ਸੀਗੀ ਕਿ ਤੁਹਾਡਾ ਸਟੈਂਡ ਗਲਤ ਹੈ, ਤੁਸੀਂ ਇਹਦੇ ਤੇ ਅਗਰ ਕਰਨਾ ਹੀ ਹੈ ਨਾ ਤਾਂ ਤੁਸੀਂ ਸਕ੍ਰੈਪ ਕਰੋ ਇਹਨੂੰ ਸਕ੍ਰੈਪ ਕਰਕੇ ਤੁਸੀਂ ਆਪਣੀ ਸਾਰੀ ਦੀ ਸਾਰੀ ਤੁਸੀਂ ਬਣਾਓ ਐਸਜੀਪੀਸੀ ਪੰਜਾਬ ਦੀ। ਤੁਹਾਡੇ ਤੇ ਕਦੇ ਇਸ ਤਰ੍ਹਾਂ ਦਾ ਕੋਈ ਦਬਾਅ ਪਾਉਣ ਦਾ ਵੀ ਯਤਨ ਕੀਤਾ ਗਿਆ ਕਿ ਤੁਸੀਂ ਕੇਸ ਵਾਪਸ ਲੈ ਲਓ? ਛੱਡੋ ਜੀ, ਦਬਾਅ ਤਾਂ ਮੇਰੇ ਤੇ ਇਹ ਸ਼ੁਰੂ ਤੋਂ ਹੀ ਪਾਉਂਦੇ ਆਏ ਨੇ, ਜਦੋਂ ਦੇ ਅਸੀਂ ਇਸ ਕੇਸ ਨੂੰ ਲੜਦੇ ਆ ਰਹੇ ਹਾਂ। ਤੁਸੀਂ ਗਵਾਹ ਹੋ ਇਸ ਗੱਲ ਦੇ ਕਿ ਮੈਂ ਜਦੋਂ ਚੇਅਰਮੈਨ ਸੀ ਹੋਮਿਓਪੈਥਿਕ ਮੈਡੀਕਲ ਕਾਉਂਸਲ ਦਾ, ਤੇ ਮੇਰੇ ਮਗਰ ਇਹਨਾਂ ਨੇ ਸਮੇਤ ਸੈਣੀ ਵਰਗੇ ਲਾਈ ਰੱਖੇ ਆ ਕਰਾਉਣ ਲਈ, ਪਰਚੇ ਦਰਜ ਕਰਾਉਣ ਲਈ, ਤੇ ਝੂਠੇ ਇਲਜ਼ਾਮ ਲਾ ਕੇ ਮਤਲਬ ਬਦਨਾਮ ਕਰਨ ਲਈ ਪੀਟੀਸੀ ਚੈਨਲ ਵਰਗੇ ਵੀ ਮੇਰੇ ਪਿੱਛੇ ਠੋਕੀ ਰੱਖੇ ਆ। ਬਹੁਤ ਕੁਝ ਹੋਇਆ, ਪਰ ਲੇਕਿਨ ਆਫਰਾਂ ਵੀ ਬੜੀਆਂ ਦਿੱਤੀਆਂ ਗਈਆਂ, ਫਾਈਨੈਂਸ਼ੀਅਲ ਆਫਰ ਵੀ ਬੜੀਆਂ ਮਿਲੀਆਂ, ਔਰ ਮੇਰਾ ਕਾਰੋਬਾਰ ਵੀ ਕਈ ਜਿਹੜਾ ਮੇਰੇ ਸਾਈਡ ਬਿਜ਼ਨਸ ਇੱਕ ਦੋ ਸੀਗੇ ਉਹਨਾਂ ਨੂੰ ਠੱਪ ਕੀਤਾ ਗਿਆ। ਮੈਨੂੰ ਯਾਦ ਹੈ 12-15 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਅੱਧੀ ਰਾਤ ਨੂੰ ਮੈਂ ਤੁਹਾਨੂੰ ਮੈਸੇਜ ਕਰਕੇ ਤੇ ਕਿਹਾ ਸੀ ਵੀ ਹੌਸਲਾ ਨਾ ਛੱਡੋ, ਕੋਈ ਗੱਲ ਨਹੀਂ। ਬਿਲਕੁਲ ਉਸ ਵੇਲੇ ਮੇਰੇ ਪਿੱਛੇ ਸੁਮੇਧ ਸੈਣੀ ਜੀ ਪਾਏ ਹੋਏ ਸੀ ਇਹਨਾਂ ਨੇ। 15 ਸਾਲ ਤਾਂ ਹੋ ਗਏ ਉਸ ਗੱਲ ਨੂੰ, ਕਿ ਜ਼ਿਆਦਾ ਹੋ ਗਏ? ਇਹ ਹੈਗੀ ਹੈ ਜੀ ਕੋਈ 2008 ਦੀ ਗੱਲ ਹੈ, ਲਗਭਗ 15 ਸਾਲ ਪੂਰੇ ਹੋ ਗਏ। ਬਿਲਕੁਲ 15 ਸਾਲ ਹੋ ਗਏ। ਤੋ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਕਾਰਵਾਈਆਂ ਚੱਲਦੀਆਂ ਆਈਆਂ ਨੇ, ਅੱਜ ਵੀ ਚੱਲ ਰਹੀਆਂ ਨੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਪਰਮਜੀਤ ਸਿੰਘ ਰਾਣੂ, ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦੇ ਅਧਿਕਾਰ ਨੂੰ ਲੈ ਕੇ ਲੜ ਰਹੇ ਨੇ। ਕਾਨੂੰਨੀ ਲੜਾਈ ਹੈ, ਹਾਈ ਕੋਰਟ 'ਚ ਕੇਸ ਚੱਲ ਰਿਹਾ। 5 ਦਸੰਬਰ ਨੂੰ ਇਹਦੀ ਤਾਰੀਖ ਆ, ਔਰ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਸ਼ਾਇਦ ਆਖਰੀ ਤਰੀਕ ਹੋਏਗੀ, ਕੋਈ ਨਾ ਕੋਈ ਫੈਸਲਾ ਜ਼ਰੂਰ ਆ ਜਾਏਗਾ। ਔਰ ਜੇ ਫੈਸਲਾ ਆ ਜਾਂਦਾ ਹੈ ਕਿ ਸਿੱਖ ਸਹਿਜਧਾਰੀ ਸਿੱਖ ਵੋਟ ਪਾ ਸਕਦੇ ਨੇ, ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਿਹੜੇ ਪ੍ਰਬੰਧਕ ਨੇ ਜਾਂ ਜਿਨ੍ਹਾਂ ਦਾ ਕਬਜ਼ਾ ਆ, ਉਹਨਾਂ ਲਈ ਬਹੁਤ ਵੱਡੀ ਇੱਕ ਸਿਰਦਰਦੀ ਦਾ ਕਾਰਨ ਹੋ ਸਕਦਾ ਹੈ। ਇਹ ਇਸ ਪੱਖ ਤੋਂ ਬੜੀ ਅਹਿਮ ਗੱਲਬਾਤ ਸੀ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਮੈਨੂੰ ਥੋੜ੍ਹਾ ਬਹੁਤ ਦੱਸਿਆ ਕਰੋ, ਤਾਂ ਕਿ ਮੈਂ ਆਪਣੇ ਸੁਧਾਰ ਲਾਇਆ ਕਰਾਂ। ਸੋ ਤੁਸੀਂ ਬਣੇ ਰਹੋ ਸਾਂਝਾ ਟੀਵੀ ਨਾਲ। ਟਾਈਮ ਹੋ ਗਿਆ ਸਮਾਪਤੀ ਦਾ, ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਬਹੁਤ ਸ਼ੁਕਰੀਆ।